ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਸੁਸ਼ੀਲ ਦਸਾਂਝ ਤੇ ਟੋਰਾਂਟੋ ਤੋਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ ਆਇਆਂ ਨੂੰ। बहुत शुक्रिया, बहुत मेहरबानी हरजीत गिल जी ते टीवी पंजाबी दुनिया के सारे दर्शकों का भी चंडीगढ़ स्टूडियो तो स्वागत है जी हरजीत गिल जी। ਦਸਾਂਝ ਸਾਹਿਬ ਆਪਾਂ ਮੈਨੂੰ ਲੱਗਦਾ ਰੂਟੀਨ ਇਹ ਵਧੀਆ ਰਹੇਗਾ ਕਿ ਆਪਾਂ ਨਿਊਜ਼ ਜਿਹੜੀਆਂ ਵੱਡੀਆਂ ਨੇ ਉਹਨਾਂ ਦਾ ਇੱਕ ਵਾਰੀ ਦਰਸ਼ਕਾਂ ਤੱਕ ਪਹੁੰਚਾ ਦਿਆ ਕਰੀਏ ਤੇ ਫਿਰ ਆਪਾਂ ਉਹਦੇ ਤੇ ਅੱਗੇ ਵਿਸ਼ਲੇਸ਼ਣ ਕਰਦੇ ਜਾਵਾਂਗੇ ਜਿੱਦਾਂ ਆਪਾਂ ਰੇਡੀਓ ਤੇ ਕਰਦੇ ਹੁੰਦੇ ਸੀਗੇ। ਉਹ ਚੰਗਾ ਲੱਗਦਾ ਹੈ ਕਿ ਇੱਕ ਵਾਰੀ ਜਿਹੜੀਆਂ ਮੁੱਖ ਖਬਰਾਂ ਨੇ ਉਹ ਸਾਡੇ ਦਰਸ਼ਕਾਂ ਤੱਕ ਪਹੁੰਚ ਜਾਣ ਜੀ। जी देखो अज दियां जिहड़ियां प्रमुख खबरां ने उहदे च सब तो वड्डी खबर तां यही है हरजीत गिल जी बई जिहड़ी 5 दिन पहला अनाउंसमेंट की सी भारत के प्रधानमंत्री नरेंद्र मोदी ने गुरपुरब के दिन बई तिन्ने खेती सुधार कानून जिहड़े है वो असीं वापस लै रहे हैं ते उहदे ते मोहर ला दित्ती है भारत की कैबिनेट ने, यानी केंद्री कैबिनेट ने, वजारत ने उहदे ते बकायदा मोहर ला दी है। ये वड्डी खबर है। जे नाल ही जिहड़ा मुफ्त राशन वंडण दी एक योजना शुरू की हुई सी कोविड के दौरान ते उहनूं भी पोस्टपोन नहीं किया गया, उहनूं भी अगे वधा दिता गया 31 मार्च तक शायद। ते इस दे नाल नाल जिहड़ियां पंजाब नाल रिलेटेड खबरां ने, खास तौर ते पंजाब दे नाल सियासत नाल संबंधित खबरां ने, ਉਹਦੇ ਚ ਉਹੀ ਗੱਲ ਬਾਰ-ਬਾਰ ਚੱਲ ਰਹੀ ਹੈ ਕਿ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਅਸਲੀ ਤੇ ਨਕਲੀ ਲੜਾਈ ਦੇ ਵਿੱਚ ਅੱਜ ਇੱਕ ਪੋਸਟਰ ਜਾਰੀ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਨਕਲੀ ਕੇਜਰੀਵਾਲ ਦੇ ਨਾਂ ਦੇ ਉੱਤੇ, ਯਾਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਦੱਸਦਾ ਹੋਇਆ ਇੱਕ ਪੋਸਟਰ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤਾ ਹੈ। ਤੇ ਉਹਦੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ਼ਾਰਿਆਂ 'ਚ ਇਹ ਗੱਲ ਕਹੀ ਹੈ ਕਿ ਇਹ ਜਿਹੜੇ ਦਿੱਲੀ ਤੋਂ ਆਏ ਹੋਏ ਲੋਕ ਨੇ ਇਹ ਅਸਲ ਦੇ ਵਿੱਚ ਭੰਡ ਨੇ, ਜਿਵੇਂ ਪਿੰਡਾਂ 'ਚ ਨਕਲਾਂ ਕਰਨ ਵਾਲੇ ਆਉਂਦੇ ਆ ਉਸ ਤਰੀਕੇ ਦਾ ਭੰਡ ਹੈ। ਯਾਨੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਭੰਡ ਕਹਿ ਦਿੱਤਾ ਹੈ। ਤੇ ਅੱਜ ਪਹਿਲੀ ਵਾਰੀ ਨਿੱਤਰੇ ਨੇ ਨਵਜੋਤ ਸਿੰਘ ਸਿੱਧੂ ਡਟ ਕੇ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਉਹਨਾਂ ਨੇ ਕਿਹਾ ਕਿ जो 4.5 साल में कैप्टन अमरिंदर ने नहीं किया वो चरणजीत सिंह चन्नी ने 3 महीनों कर दिता। नाल ही उन्होंने कहा कि साडे मुख मंत्री के खिलाफ जो भी बोलेगा, जो भी उहदे ते हमला करेगा उहदा जवाब मैं दूंगा। यानी खुल के अज जो चरणजीत सिंह चन्नी के हक च बोले ने। इन बिटवीन खबरां ने पंजाब यूनिवर्सिटी पटियाला का जिस तरह का हाल है आपको पता है, वो कर्जे च है, उत्थे दी आर्थिक हालत बहुत मंदी है यूनिवर्सिटी की। ते अचानक यूनिवर्सिटी गए मुख्यमंत्री चन्नी ते 150 करोड़ रुपए का जिहड़ा कर्जा यूनिवर्सिटी से चढ़िया होया उहदे बारे उन्होंने कहा कि ये कर्जा पंजाब सरकार तारेगी। ते नाल उन्होंने 9.5 करोड़ तो वधा के सालाना बजट पंजाब यूनिवर्सिटी पटियाले का 20 करोड़ का कर दिता है। इन बिटवीन उत्थे ही ETT अध्यापक ते कुछ होर अध्यापक जथेबंदियां ने उन्हों का विरोध करने की कोशिश की ਤੇ ਉਹਨਾਂ ਨਾਲ ਧੱਕਾ ਮੁੱਕੀ ਹੋਈ ਪੁਲਿਸ ਦੀ। ਤੇ ਉੱਥੇ ਹੀ ਲੱਖਾ ਸਿਧਾਣਾ ਆਪਣੇ ਕੁਝ ਸਾਥੀਆਂ ਨਾਲ ਪਹੁੰਚ ਗਿਆ ਜਿਹੜਾ ਜਿੱਥੇ ਫੰਕਸ਼ਨ ਹੋਣਾ ਸੀ ਗੁਰੂ ਤੇਗ ਬਹਾਦਰ ਹਾਲ, ਉੱਥੇ ਅੰਦਰ ਦਾਖਲ ਹੋ ਗਿਆ ਤੇ ਪੁਲਿਸ ਨੇ ਉਹਨਾਂ ਨੂੰ ਉੱਥੋਂ ਯੂਨੀਵਰਸਿਟੀ ਚੋਂ ਬਾਹਰ ਕੱਢਿਆ। ਉਹ ਵੀ ਉਹਨਾਂ ਦਾ ਘਿਰਾਓ ਕਰਨ ਆਏ ਸਨ। ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਗੌਤਮ ਗੰਭੀਰ ਜਿਹੜਾ ਕਿ ਸਾਬਕਾ ਕ੍ਰਿਕਟ ਖਿਡਾਰੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ, ਉਹਨੂੰ ਉਹਦੀ ਈਮੇਲ ID ਦੇ ਉੱਤੇ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲੀਆਂ ਨੇ। ਕੁਝ ਇਸ ਤਰ੍ਹਾਂ ਦੀਆਂ ਖਬਰਾਂ ਨੇ, ਮੇਰੇ ਸਾਹਮਣੇ ਖਬਰਾਂ ਨਹੀਂ ਸੀ, ਕੱਲ ਤੋਂ ਸਾਰੀਆਂ ਖਬਰਾਂ ਸਾਹਮਣੇ ਵੀ ਰੱਖਿਆ ਕਰਾਂਗੇ ਤਾਂ ਕਰ ਲੈਂਦੇ ਆ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਖਬਰ ਤੁਸੀਂ ਦਿੱਤੀ ਆ ਜਿਹੜੇ ਫਾਰਮਰ ਲਾ ਰਿਪੀਲ ਕਰਨ ਵਾਸਤੇ ਜਿਹੜੀ ਖਬਰ ਹੈ, ਸ਼ਬਦ ਤੇ ਕਾਲੇ ਬਿੱਲਾਂ ਨੂੰ ਅੱਜ ਤੁਸੀਂ ਵੀ ਕਹਿ ਦਿੱਤਾ ਕਿ ਖੇਤੀ ਸੁਧਾਰ ਬਿੱਲ, ਜੇ ਸੁਧਾਰ ਬਿੱਲ ਹੁੰਦੇ ਤੇ ਰਿਪੀਲ ਸ਼ਾਇਦ ਨਾ ਕਰਨੇ ਪੈਂਦੇ, ਨਾ ਸਰਕਾਰਾਂ ਜਿਹੜਾ ਮਰਜ਼ੀ ਦੇਣ, ਸਹੀ ਨਾ ਤੇ ਉਹਨਾਂ ਦਾ ਕਾਲੇ ਬਿੱਲ ਹੀ ਸੀਗਾ ਵੈਸੇ ਜਿਹੜਾ ਕਿਸਾਨਾਂ ਨੇ ਦਿੱਤਾ ਸੀਗਾ। ਤੇ ਉਹ ਸਾਬਤ ਹੋ ਗਿਆ ਕਿ ਉਹ ਜਦੋਂ ਵਾਪਸ ਕਰਨ ਲਈ ਮਜਬੂਰ ਹੋਏ ਨੇ ਮੋਦੀ ਸਾਹਿਬ ਤੇ ਇਹਦਾ ਮਤਲਬ ਇਹ ਉਹ ਵਾਕਈ ਕਾਲੇ ਸੀਗੇ। देखो ਜਿਹੜਾ ਇਹ ਕੱਲ ਵੀ ਸ਼ਾਇਦ ਮੈਂ ਇਹ ਗੱਲ ਕਹੀ ਸੀ ਵੀ ਇਹ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਵਾਸਤੇ ਨਾਂ ਜਿਹੜੇ ਇਸ ਤਰ੍ਹਾਂ ਦੇ ਰੱਖ ਲਏ ਜਾਂਦੇ, ਇਹਦਾ ਨਾਂ ਹੀ ਇਹ ਰੱਖਿਆ ਗਿਆ ਸੀ ਖੇਤੀ ਸੁਧਾਰ ਕਾਨੂੰਨ।
ਤੇ ਉਹ ਜਿੱਦਾਂ ਮਤਲਬ ਜੇਲ੍ਹਾਂ ਸਾਡੀਆਂ ਆਮ ਸੁਧਾਰ ਕਰ ਜਿਹੜਾ ਹੁੰਦੀਆਂ, ਜਨ ਹੈ। ਦਸਾਂਝ ਸਾਹਿਬ ਜਿੱਦਾਂ ਜੇਲ੍ਹਾਂ ਸੁਧਾਰ ਹਾਂਜੀ ਕਰ ਹਾਂਜੀ, ਹੁੰਦੀਆਂ ਬਿਲਕੁਲ ਸਾਡੀਆਂ। ਬਿਲਕੁਲ 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 ਬਿਲਕੁਲ। ਜਿੱਥੇ ਮਤਲਬ ਜੇਲ੍ਹ 'ਚ ਕੋਈ ਜਾਂਦਾ ਹੈ ਤੇ ਅੱਗੇ ਨਾਲੋਂ ਜ਼ਿਆਦਾ ਵਿਗੜ ਕੇ ਆਉਂਦਾ, ਤੇ ਉਹਦਾ ਨਾਂ ਜੇਲ੍ਹ ਸੁਧਾਰ ਹੀ ਰੱਖਿਆ ਹੁੰਦਾ, ਸੁਧਾਰ ਕਰ ਰੱਖਿਆ ਹੁੰਦਾ। ਤੇ ਇਹੀ ਗੱਲ ਹੋਈ ਆ ਕਿ ਅਸਲ ਦੇ ਵਿੱਚ ਹੁਣ ਇਹ ਵਾਪਸੀ ਨਹੀਂ ਸੀ ਹੋ ਸਕਦੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਵਾਲੇ ਦਿਨ ਕਿਹਾ। ਭਾਵੇਂ ਕਿਸਾਨ ਜਥੇਬੰਦੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਯਕੀਨ ਨਹੀਂ ਕਰ ਰਹੇ ਪ੍ਰਧਾਨ ਮੰਤਰੀ ਦੀ ਗੱਲ ਦੇ ਉੱਤੇ। ਯਕੀਨ ਕਰਨਾ ਵੀ ਨਹੀਂ ਚਾਹੀਦਾ ਸੀ। ਇਹਦਾ ਤੱਥਾਂ ਦੇ ਨਾਲ ਵਿਸ਼ਲੇਸ਼ਣ ਕੀਤਾ ਸੀ ਵੀ ਲੋਕ ਯਕੀਨ ਕਿਉਂ ਨਹੀਂ ਕਰ ਰਹੇ। ਔਰ ਉਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਹੁਣ ਉੱਥੋਂ ਵਾਪਸ ਨਹੀਂ ਸੀ ਮੁੜ ਸਕਦੇ। ਜੋ ਉਹਨਾਂ ਨੇ ਦੁਨੀਆ ਭਰ ਦੇ ਸਾਹਮਣੇ ਆ ਕੇ ਕਿਹਾ, ਸਕਰੀਨ ਤੇ ਆ ਕੇ ਕਿਹਾ। ਤੇ ਦੂਜੀ ਗੱਲ, ਉਹ ਇੱਕ ਸਿਆਸੀ ਮਜਬੂਰੀ ਬਣ ਗਈ ਉਹਨਾਂ ਦੀ 5 ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ। ਤੇ ਇਹ ਸ਼ੋਰ ਹੈ ਕਿ ਉਹ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ ਦੇ ਪਿੱਛੇ ਜਿਹੜਾ ਆ ਉਹ ਸਿਰਫ ਤੇ ਸਿਰਫ ਸਿਆਸੀ ਮਜਬੂਰੀ ਰਹੀ ਹੈ, ਜਿਹਦੇ ਕਰਕੇ ਉਹਨਾਂ ਨੇ ਐਲਾਨ ਕੀਤਾ ਸੀ। ਉਹਨੂੰ ਕੇਂਦਰੀ ਕੈਬਨਿਟ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ। ਪਹਿਲਾਂ ਹੀ ਖਬਰ ਆ ਗਈ ਸੀ ਕਿ ਜਿਹੜੇ ਜਿੱਦਾਂ ਕੱਲ ਆਪਾਂ ਜ਼ਿਕਰ ਕੀਤਾ ਸੀ ਵੀ 26 ਦੇ ਕਰੀਬ ਕੋਈ ਬਿੱਲ ਆ ਰਹੇ ਨੇ, ਉਹ ਲਿਸਟਡ ਨੇ, ਜਿਹਦੇ 'ਚ ਇੱਕ ਇਹ ਵੀ ਹੈ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਨੇ ਨੇ। ਤੇ ਕੱਲ ਕੇਂਦਰੀ ਕੈਬਨਿਟ ਨੇ ਉਹਦੇ ਤੇ ਮੋਹਰ ਵੀ ਲਾ ਦਿੱਤੀ ਹੈ। ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਹੁਣ ਇਹਦੀ ਇੱਕ ਪ੍ਰਕਿਰਿਆ, ਜਿਹੜੇ ਐਕਸਪਰਟ ਨੇ ਉਹ ਇਹ ਦੱਸਦੇ ਨੇ ਕਿ ਜਦੋਂ ਵਿੰਟਰ ਸੈਸ਼ਨ ਸ਼ੁਰੂ ਹੋਏਗਾ ਤੇ ਉਦੋਂ ਫਿਰ ਇਹ ਲੋਕ ਸਭਾ ਦੇ ਵਿੱਚ ਮਤਾ ਰੱਖਿਆ ਜਾਏਗਾ, ਉਹਦੇ ਤੇ ਥੋੜੀ ਬਹੁਤ ਬਹਿਸ ਹੋ ਸਕਦੀ ਹੈ ਤੇ ਉੱਥੇ ਪਾਸ ਹੋਏਗਾ। ਮੈਨੂੰ ਤਾਂ ਇਹ ਹੈ ਕਿ ਇਹਦੇ ਤੇ ਇੱਕ ਵੀ ਵਿਅਕਤੀ ਇਹਦਾ ਹੁਣ ਵਿਰੋਧ ਨਹੀਂ ਕਰੇਗਾ ਕਿ ਇਹ ਰੱਦ ਨਹੀਂ ਹੋਣੇ ਚਾਹੀਦੇ। ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਇਹ ਐਕਸਰਸਾਈਜ਼ ਹੋਏਗੀ ਤੇ ਫਿਰ ਰਾਸ਼ਟਰਪਤੀ ਕੋਲ ਜਾਏਗਾ ਤੇ ਰਾਸ਼ਟਰਪਤੀ ਦਸਤਖਤ ਕਰਨਗੇ ਤੇ ਨੋਟੀਫਿਕੇਸ਼ਨ ਭਾਰਤ ਸਰਕਾਰ ਜਾਰੀ ਕਰਕੇ ਇਹਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਰੱਦ ਹੋਣਗੇ। ਇੱਥੋਂ ਅਗਲੀ ਗੱਲ ਇਹ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਜਿਹੜੀ ਮੰਗ ਰਹੀ ਹੈ ਤੇ ਉਹ ਰੱਦ ਹੋਣ ਵੱਲ ਵੱਧ ਰਿਹਾ, ਸਾਰਾ ਅਮਲ ਸ਼ੁਰੂ ਹੋ ਗਿਆ। ਪਰ MSP ਤੇ ਗਰੰਟੀ ਕਾਨੂੰਨ ਤੇ ਸੀਡ ਬਿੱਲ ਤੇ ਬਿਜਲੀ ਅਮੈਂਡਮੈਂਟ ਬਿੱਲ, ਇਹਦੇ ਤੋਂ ਬਿਨਾ ਕੀ ਕਿਸਾਨ ਵਾਪਸ ਆ ਜਾਣਗੇ? ਜੇ ਇਹ ਕੰਮ ਨਹੀਂ ਹੁੰਦੇ, ਤਿੰਨ ਖੇਤੀ ਕਾਨੂੰਨ ਰੱਦ ਹੋਣ ਦੇ ਨਾਲ ਨਾਲ ਕੀ ਕਿਸਾਨ ਆਪਣੇ ਘਰਾਂ ਨੂੰ ਪਰਤ ਆਉਣਗੇ? ਇਹ ਵੱਡਾ ਸਵਾਲ ਹੈ। ਇਹਦੇ ਤੇ 27 ਤਰੀਕ ਦੀ ਜਿਹੜੀ ਮੀਟਿੰਗ ਹੈ SKM ਦੀ, ਸੰਯੁਕਤ ਕਿਸਾਨ ਮੋਰਚੇ ਨੇ 27 ਤਰੀਕ ਨੂੰ ਮੀਟਿੰਗ ਕਰਨੀ ਹੈ, ਜਿਹਦੇ 'ਚ ਬਹੁਤ ਡੂੰਘੀ ਚਰਚਾ ਇਹਦੇ ਤੇ ਹੋਣੀ ਹੈ। ਕਿਉਂਕਿ 26 ਦੇ ਜਿਹੜੇ ਇਕੱਠ ਹੈ ਉਹ ਲਾਮਿਸਾਲ ਹੋਣੇ ਆ। ਸਿੰਘੂ ਬਾਰਡਰ ਹੋਵੇ, ਗਾਜ਼ੀਪੁਰ ਬਾਰਡਰ ਹੋਵੇ ਜਾਂ ਟਿੱਕਰੀ ਬਾਰਡਰ ਹੋਵੇ ਜਾਂ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਜਿਹੜੇ ਕਿਸਾਨਾਂ ਦੇ ਇਕੱਠ ਹੋਣੇ ਆ। ਤੇ ਇਹਨਾਂ ਤੋਂ ਬਾਅਦ 27 ਤਰੀਕ ਨੂੰ ਮੀਟਿੰਗ ਹੈ। ਭਾਵੇਂ ਹਾਲੇ ਵੀ ਸਟਿਲ ਹੈ ਇਹ ਗੱਲ ਕਿ 29 ਤੋਂ ਪਾਰਲੀਮੈਂਟ ਵੱਲ ਮਾਰਚ ਹੋਣਾ ਆ। ਟਰੈਕਟਰ ਮਾਰਚ ਜਿਹੜਾ ਕਿਹਾ ਜਾ ਰਿਹਾ ਵੀ 500 ਦੇ ਕਰੀਬ ਕਿਸਾਨ ਜਾਇਆ ਕਰਨਗੇ। ਰਾਕੇਸ਼ ਟਕੈਤ ਨੇ ਤਾਂ ਨਾਲ ਇਹ ਵੀ ਕਹਿ ਦਿੱਤਾ ਵੀ ਉਹ ਵੀ 60 ਟਰੈਕਟਰ ਲੈ ਕੇ ਜਾਣਗੇ ਵੱਖਰੇ ਤੌਰ ਤੇ, ਜਿਹੜੀ ਹੋਊਗਾ ਤਾਂ ਹਿੱਸਾ ਉਹਦਾ ਹੀ ਉਸ ਮਾਰਚ ਦਾ ਹੀ। ਪਰ ਕੀ 29 ਵਾਲਾ ਇਹ ਪ੍ਰੋਗਰਾਮ ਏਦਾਂ ਹੀ ਰਹੇਗਾ? ਇਹ ਸ਼ਾਇਦ ਮੈਨੂੰ ਲੱਗਦਾ 27 ਦੀ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਇੱਥੇ ਫੈਸਲਾ ਕਰੇਗਾ। ਤੇ ਇਹ ਵੀ ਫੈਸਲਾ ਕਰੇਗਾ ਸੰਯੁਕਤ ਕਿਸਾਨ ਮੋਰਚਾ ਬਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਕਾਨੂੰਨ ਰੱਦ ਹੋਣ ਤੋਂ ਬਾਅਦ ਕੀ ਉਹਨਾਂ ਨੇ ਉੱਥੇ ਡਟੇ ਰਹਿਣਾ ਜਦ ਤੱਕ MSP ਦਾ ਗਰੰਟੀ ਕਾਨੂੰਨ ਜਿਹੜਾ ਹੈ ਉਹ ਨਹੀਂ ਬਣਦਾ, ਜਾਂ ਜਿਹੜੇ ਬਾਕੀ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਤੇ ਸਰਕਾਰ ਜਿਹੜੀ ਹੈ ਕਮੇਟੀ ਬਣਾ ਕੇ ਡਾਇਲੋਗ ਦੇ ਟੇਬਲ ਤੇ ਨਹੀਂ ਆਉਂਦੀ। ਕਿਉਂਕਿ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਵੀ ਜਿਹੜੇ ਬਾਕੀ ਮਸਲੇ ਵੀ ਹੈ ਉਹ ਸੰਵਾਦ ਨਾਲ ਹੱਲ ਕੀਤੇ ਜਾਣ। ਇਹ ਜ਼ਰੂਰੀ ਨਹੀਂ ਹੈ ਕਿ ਉਸ ਸੰਵਾਦ ਦੇ ਵਿੱਚ ਉਹ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਸ਼ਾਮਲ ਹੋਣ, ਪਰ ਇੱਦਾਂ ਦੇ ਲੋਕ ਭੇਜੇ ਜਾਣ ਸੰਵਾਦ ਕਰਨ ਵਾਸਤੇ ਜਿਨ੍ਹਾਂ ਕੋਲ ਫੁੱਲੀ ਅਥਾਰਟੀ ਹੋਵੇ। ਕੋਈ ਇਸ ਤਰ੍ਹਾਂ ਦਾ ਕਹਿ ਲਓ ਵੀ ਅਖੌਤੀ ਜਾਂ ਵਿਅਕਤੀ ਨਹੀਂ ਚਾਹੀਦਾ ਕਿਸਾਨਾਂ ਨਾਲ ਸੰਵਾਦ ਵਾਸਤੇ, ਜਿਹੜਾ ਹੋਵੇ ਤਾਂ ਖੇਤੀ ਮੰਤਰੀ, ਪਰ ਉਹਦੇ ਕੋਲ ਕਿਸੇ ਕਿਸਮ ਦੀ ਅਥਾਰਟੀ ਨਾ ਹੋਵੇ। ਜੀ ਦਸਾਂਝ ਸਾਹਿਬ, ਜਿੱਥੋਂ ਤੁਸੀਂ ਗੱਲ ਕਰ ਰਹੇ ਹੋ ਪ੍ਰਕਿਰਿਆ ਦੀ, ਜਦੋਂ ਇਹ ਬਣਾਏ ਗਏ ਸੀ ਕਾਨੂੰਨ ਉਦੋਂ ਤੇ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਉਹਨਾਂ ਨੂੰ ਛਿੱਕੇ ਟੰਗ ਕੇ ਮਰਿਆਦਾ ਨੂੰ ਢਹਿ ਢੇਰੀ ਕਰਕੇ ਹੀ ਇਹਨਾਂ ਬਣਾ ਲਏ ਸੀ ਕਾਨੂੰਨ, ਜਿਹੜੇ ਕਿ ਬਿਨਾਂ ਕੋਈ ਵੋਟਿੰਗ, ਬਿਨਾਂ ਕਿਸੇ ਬਹਿਸ ਦੇ ਰੌਲੇ ਰੱਪੇ ਦੇ ਵਿੱਚ ਹੀ ਉਹਨਾਂ ਨੇ ਕਰਾ ਲਏ ਸੀ ਜਿਹੜੇ ਸਪੀਕਰ ਸਾਹਿਬ ਸੀਗੇ। ਪਰ ਮੈਂ ਸਮਝਦਾ ਕਿ ਇਹ ਘੱਟੋ ਘੱਟ ਜਦੋਂ ਇਹ ਰੱਦ ਹੋ ਰਿਹਾ ਨਾ, ਇਹਨੂੰ ਜ਼ਰੂਰ ਸਮਾਂ ਮਿਲਣਾ ਚਾਹੀਦਾ ਹੈ, ਇਹਦੇ 'ਤੇ ਡਿਬੇਟ ਹੋਣੀ ਚਾਹੀਦੀ ਆ।
ਤਾਂ ਕਿ ਉੱਥੇ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹਦੇ ਨੁਕਤੇ ਕੀ ਕੀ। ਪਤਾ ਤਾਂ ਹੈ ਇਹ ਸਰਕਾਰ ਨੂੰ ਵੈਸੇ, ਪਰ ਜਿਹੜੀ ਪਾਰਲੀਮੈਂਟ ਦੀ ਕਾਰਵਾਈ 'ਚ ਉਹ ਚੀਜ਼ਾਂ ਦਰਜ ਹੋ ਸਕਣ, ਜਿਹੜਾ ਕਿ ਇੱਕ ਇਤਿਹਾਸ ਬਣੇ ਕਿ ਇੱਕ ਸਰਕਾਰ ਐਸੀ ਵੀ ਆਈ ਸੀ ਜਿਹਨੇ ਆਪਣੇ ਹੀ ਮੁਲਕ ਦੇ ਲੋਕਾਂ ਨਾਲ ਇਦਾਂ ਦੀਆਂ ਵਧੀਕੀਆਂ ਕੀਤੀਆਂ। ਜਦੋਂ ਉੱਤੇ ਬਹਿਸ ਹੋਏਗੀ ਤੇ ਜਿਹੜੇ ਸੜਕਾਂ ਦੇ ਉੱਤੇ ਖੱਡੇ ਪੁੱਟੇ ਗਏ ਸੀ, ਜਿਹੜੇ ਕਿੱਲ ਗੱਡੇ ਗਏ ਸੀ, ਜਿਹੜੀਆਂ ਕੰਕਰੀਟ ਦੀਆਂ ਦੀਵਾਰਾਂ ਬਣੀਆਂ ਸੀਗੀਆਂ, ਉਹ ਸਾਰੀਆਂ ਚੀਜ਼ਾਂ ਦੀ ਚਰਚਾ ਪਾਰਲੀਮੈਂਟ 'ਚ ਹੋਏਗੀ ਇੱਕ ਵਾਰੀ। ਤੇ ਜੇ ਆਪੋਜੀਸ਼ਨ ਦੇ ਕੋਈ ਸਿਆਣੇ ਲੀਡਰ ਹੋਣਗੇ, ਉਹਨਾਂ ਨੂੰ ਸਮਾਂ ਮਿਲੇਗਾ ਗੱਲ ਕਰਨ ਦਾ, ਤੇ ਉਹ ਜ਼ਰੂਰ ਜਿਹੜੇ ਆ ਉਹ ਇਹਨੂੰ ਸ਼ਰਮਸਾਰ ਕਰਨਗੇ ਬੀਜੇਪੀ ਦੀ ਸਰਕਾਰ ਨੂੰ। ਤੇ ਨਾਲ ਦੀ ਨਾਲ ਜੇ ਉਹਨਾਂ ਨੂੰ ਮਾੜੀ ਮੋਟੀ ਹੋਈ ਇਸ ਗੱਲ ਦੀ ਸ਼ਰਮ, ਤੇ ਫਿਰ ਉਹ ਜ਼ਰੂਰ ਇਸ ਚੀਜ਼ ਨੂੰ ਮਹਿਸੂਸ ਕਰਨਗੇ ਕਿ ਇੱਕ ਬੜਾ ਗੈਰ ਲੋਕਤੰਤਰੀ ਕੰਮ ਉਹ ਲਗਾਤਾਰ ਕਰ ਰਹੇ ਸੀਗੇ। ਤੇ ਹੁਣ ਉਹਨੂੰ ਪ੍ਰੋਪਰਲੀ ਮੈਂ ਸਮਝਦਾ ਕਿ ਬਕਾਇਦਾ ਡਿਬੇਟ ਕਰਾ ਕੇ ਵੋਟ ਤੇ ਉਹਦੇ ਹੱਕ 'ਚ ਜਾਣੀ ਆ। ਕੋਈ ਇੱਕ ਵਿਅਕਤੀ ਵੀ ਉਹਦੇ ਅਗੇਂਸਟ ਵੋਟ ਨਹੀਂ ਪਾਏਗਾ ਸ਼ਾਇਦ, ਪਰ ਨਾਲ ਦੀ ਨਾਲ ਜਿਹੜਾ ਆ ਉਹ 'ਤੇ ਡਿਬੇਟ ਹੋਵੇ ਤੇ ਉਹਨਾਂ ਦਾ ਸਾਰਾ ਭਾਂਡਾ ਜਿਹੜਾ ਉਹ ਪਾਰਲੀਮੈਂਟ 'ਚ ਵੀ ਭੱਜੇ, ਤਾਂ ਕਿ ਉਹ ਰਿਕਾਰਡ ਵਿੱਚ ਵੀ ਸਨਦ ਰਹੇ। ਅਰੇ ਬਿਲਕੁਲ ਲਾਜ਼ਮੀ ਇਹ ਹੋਏਗੀ। ਜਿਹੜਾ 3 ਦਿਨ ਦਾ ਪ੍ਰੋਸੈਸ ਇਸੇ ਕਰਕੇ ਆਇਆ, ਨਹੀਂ ਤਾਂ ਠੀਕ ਹੈ, ਮਤਾ ਰੱਖਿਆ, ਜ਼ੁਬਾਨੀ ਵੋਟ ਨਾਲ ਪਾਸ ਕੀਤਾ, ਉਹ ਤਾਂ 10 ਸੈਕਿੰਡ ਦਾ ਕੰਮ ਹੈ। ਉਹ ਤਾਂ 10 ਸੈਕਿੰਡ ਦਾ ਕੰਮ ਹੈ, ਫਿਰ 3 ਦਿਨ ਕੱਲ੍ਹ ਹੀ ਲੱਗਣੇ। ਜਿਹੜੇ 3 ਦਿਨ ਦਾ ਪ੍ਰੋਸੈਸ ਅਸੀਂ ਕਹਿ ਰਹੇ ਹਾਂ, ਜਿਹੜੇ ਐਕਸਪਰਟ ਵੀ ਦੱਸ ਰਹੇ ਆ ਵੀ 3 ਦਿਨ ਦਾ ਪ੍ਰੋਸੈਸ ਹੈ। 29 ਤਰੀਕ ਨੂੰ ਤਾਂ ਆਪਾਂ ਨੂੰ ਪਤਾ ਹੈ ਵੀ ਰੂਟੀਨ ਦੇ ਵਿੱਚ ਹੀ ਸ਼ਰਧਾਂਜਲੀਆਂ ਭੇਟ ਹੁੰਦੀਆਂ ਤੇ ਇਹ ਅਸੀਂ ਤਵੱਕੋ ਰੱਖਾਂਗੇ ਇਸ ਗੱਲ ਦੀ ਕਿ ਜਿੱਦਾਂ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਵੀ ਇੱਕ ਵੀ ਲਫ਼ਜ਼ ਜਿਹੜਾ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਜਿਹੜਾ 700 ਤੋਂ 800 ਦੇ ਕਰੀਬ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਨਾਂ ਬਾਰੇ ਨਹੀਂ ਬੋਲਿਆ ਉਹਨਾਂ ਨੇ 1 ਸਾਲ ਦੇ ਵਿੱਚ। ਜਿਸ ਦਿਨ ਉਹ ਪਵਿੱਤਰ ਦਿਹਾੜੇ ਦੇ ਉੱਤੇ ਕਾਨੂੰਨ ਵਾਪਸ ਲੈਣ ਦੀ ਗੱਲ ਕਰਦੇ ਹੋ, 18 ਮਿੰਟ ਦੇ ਭਾਸ਼ਣ ਦੇ ਵਿੱਚ ਵੀ ਜਿਹੜੇ 7 ਤੋਂ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਉਹਨਾਂ ਲਈ ਇੱਕ ਲਫ਼ਜ਼ ਵੀ ਨਹੀਂ ਔੜਿਆ ਭਾਰਤ ਦੇ ਪ੍ਰਧਾਨ ਮੰਤਰੀ ਨੂੰ। ਔੜਿਆ ਦਾ ਮਤਲਬ ਛੱਡੋ ਤੁਸੀਂ, ਉਹ ਚਾਹੁੰਦੇ ਨਹੀਂ ਸੀ ਕੁਝ ਬੋਲਣਾ। ਮਤਲਬ ਇੰਨੀ ਨਫ਼ਰਤ ਉਹਨਾਂ ਦੇ ਮਨ 'ਚ ਹੈ ਕਿਸਾਨਾਂ ਦੇ ਪ੍ਰਤੀ ਵੀ ਉਹ ਮਜਬੂਰੀ ਦੇ ਵਿੱਚ ਕਾਨੂੰਨ ਵਾਪਸ ਲੈਣ ਦੀ ਤਾਂ ਗੱਲ ਕਰਦੇ ਆ ਤੇ ਮੁਆਫੀ ਦੀ ਵੀ ਗੱਲ ਕਰਦੇ ਆ, ਪਰ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਲਈ ਉਹਦੇ ਕੋਲ ਲਫ਼ਜ਼ ਨਹੀਂ। ਇਹਦਾ ਮਤਲਬ ਹੈ ਲਫ਼ਜ਼ ਨਹੀਂ ਦਾ ਮਤਲਬ ਹੈ ਲੈਣਾ ਹੀ ਨਹੀਂ ਚਾਹੁੰਦੇ, ਕੋਈ ਨਾ ਹੀ ਨਹੀਂ ਲੈਣਾ ਚਾਹੁੰਦੇ। ਤੇ ਅਸੀਂ ਉਮੀਦ ਰੱਖਾਂਗੇ, ਇੱਕ ਪ੍ਰੈਸ਼ਰ ਵੀ ਬਣਿਆ ਹੋਇਆ ਕਿ ਜਦੋਂ ਪਹਿਲਾ ਦਿਨ ਜੁੜੇਗਾ ਵਿੰਟਰ ਸੈਸ਼ਨ ਦਾ ਤੇ ਕਿਸਾਨਾਂ ਦੀ ਵੀ ਗੱਲ ਹੋਏਗੀ, ਉਹਨਾਂ ਕਿਸਾਨਾਂ ਦੀ ਜਿਹੜੇ ਕਿਸਾਨ ਜਿਹੜੇ ਆ ਇਸ 1 ਸਾਲ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਆ। ਤੇ ਦੂਜੇ ਉਸ ਤੋਂ ਬਾਅਦ ਇਹ ਪੋਸਟਪੋਨ ਹੋ ਜਾਏਗਾ, ਸ਼ਰਧਾਂਜਲੀਆਂ ਤੋਂ ਬਾਅਦ 1 ਦਿਨ ਦਾ ਜਿਹੜਾ ਇਜਲਾਸ ਹੈ ਉਹ ਮੁਲਤਵੀ ਹੋਏਗਾ। ਦੂਜੇ ਦਿਨ ਲੋਕ ਸਭਾ ਦੇ ਪਟਲ ਤੇ ਇਹ ਮਾਮਲਾ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਡਿਬੇਟ ਹੋਏਗੀ। ਲਗਭਗ 1.5 ਦਿਨ ਜਾਂ 1 ਦਿਨ ਪੂਰੀ ਉਹਦੇ ਤੇ ਬਹਿਸ ਹੋਏਗੀ ਤੇ ਉਹ ਰਿਕਾਰਡਡ ਵੀ ਰਹੇਗੀ ਤੇ ਲਾਈਵ ਵੀ ਹੋਏਗੀ ਟੈਲੀਵਿਜ਼ਨ ਦੇ ਉੱਤੇ। ਜਿਹੜਾ ਰਾਜ ਸਭਾ ਟੈਲੀਵਿਜ਼ਨ, ਲੋਕ ਸਭਾ ਟੈਲੀਵਿਜ਼ਨ ਜਿਹੜਾ ਹੁਣ ਮਰਜ ਕਰ ਦਿੱਤਾ ਗਿਆ ਤੇ ਉਹਦੇ ਤੇ ਜ਼ਰੂਰ ਮੈਨੂੰ ਲੱਗਦਾ ਕਿ ਉਹਦਾ ਸਿੱਧਾ ਪ੍ਰਸਾਰਣ ਹੋਏਗਾ। ਅੱਗੇ ਵੀ ਬਹੁਤ ਸਾਰੇ ਮਾਮਲਿਆਂ 'ਚ ਹੁੰਦਾ ਹੈ ਤੇ ਲੋਕਾਂ ਨੂੰ ਵੀ ਪਤਾ ਲੱਗੇਗਾ, ਸਰਕਾਰ ਜਿਹੜੀ ਸੁਣ ਰਹੀ ਹੋਏਗੀ ਉਹਨੂੰ ਵੀ ਪਤਾ ਲੱਗੇਗਾ। ਏਦਾਂ ਰਾਜ ਸਭਾ ਦੇ ਵਿੱਚ ਹੋਏਗੀ। 3 ਦਿਨ ਦਾ ਪ੍ਰੋਸੈਸ ਇਸੇ ਕਰਕੇ ਆ। ਮੈਨੂੰ ਲੱਗਦਾ ਸਰਕਾਰ ਜੇ ਤੋਂ ਭੱਜੇਗੀ ਤਾਂ ਵੀ ਜਿਹੜੀਆਂ ਜਮਹੂਰੀ ਕਦਰਾਂ ਕੀਮਤਾਂ ਜਾਂ ਸੰਵਿਧਾਨਕ ਤੌਰ ਦੇ ਉੱਤੇ ਜਿਹੜਾ ਪਾਰਲੀਮੈਂਟ ਦਾ ਇੱਕ ਪੂਰੇ ਦਾ ਪੂਰਾ ਸੱਭਿਆਚਾਰ ਜਿਹੜਾ ਹੁਣ ਤੱਕ ਅਸੀਂ ਬਿਲਡ ਕੀਤਾ ਹੈ ਉਹਦਾ ਵੀ ਅਪਮਾਨ ਹੋਏਗਾ ਜੋ ਏਦਾਂ ਨਹੀਂ ਕਰਨਗੇ। ਉਂਝ ਜੇ ਗੱਲ ਕਰਦੀ ਹੋਵੇ ਤਾਂ ਸਰਕਾਰ ਨੂੰ ਪਤਾ ਹੈ ਵੀ ਜਿਹੜੀ ਸਰਕਾਰ ਦੇ ਮੰਤਰੀ ਸੰਤਰੀ, ਖੇਤੀ ਮੰਤਰੀ ਤੋਂ ਲੈ ਕੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਰੱਦ ਕਰਨ ਦਾ ਐਲਾਨ ਵੀ ਕੀਤਾ, ਉਸ ਤੋਂ ਬਾਅਦ ਵੀ ਜਨਰਲ VK ਸਿੰਘ ਨੇ ਫੇਰ ਕਿਹਾ ਵੀ ਇਹਦੇ 'ਚ ਕਾਲਾ ਕੀ ਆ। ਸਿਰਫ ਅੱਖਰ ਹੀ ਖਰੜੇ ਦੇ ਵਿੱਚ ਜਿਹੜੇ ਆ ਨਾ ਉਹ ਕਾਲੇ ਆ। ਜਿਹੜੇ ਇਹਦੇ ਅੱਖਰ ਆ, ਅੱਖਰਾਂ ਤੋਂ ਬਿਨਾਂ ਇਹਦੇ 'ਚ ਕੀ ਕਾਲਾ ਹੈ ਕੋਈ ਦੱਸੇ ਮੈਨੂੰ। ਇਹ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ VK ਸਿੰਘ ਪੁੱਛ ਲੈਣ ਇਹਦੇ 'ਚ ਕੀ ਕਾਲਾ, ਜਿਹਦੇ ਕਰਕੇ ਉਹਨਾਂ ਨੇ ਇਹਨੂੰ ਵਾਪਸ ਲਿਆ। ਪਰ 2 ਐਕਸਰਸਾਈਜ਼ ਏਦਾਂ ਦੀਆਂ ਹੋਈਆਂ ਜਿਹੜੀਆਂ ਪਬਲਿਕ ਡੋਮੇਨ 'ਚ ਆਉਣੀਆਂ ਚਾਹੀਦੀਆਂ, ਜਿਹੜੀਆਂ ਰਿਕਾਰਡਡ ਨੇ। ਇਹ ਖੁਦ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਵੀ ਜਿਹੜੀ 11 ਦੌਰ ਦੀ ਗੱਲਬਾਤ ਹੋਈ ਹੈ ਉਹ 11 ਦੌਰ ਦੀ ਸਾਰੀ ਗੱਲਬਾਤ ਰਿਕਾਰਡਡ ਹੈ। ਸਰਕਾਰ ਨੇ ਉਹਨੂੰ ਰਿਕਾਰਡ ਕੀਤਾ ਆਪਣੇ ਵਾਸਤੇ ਵੀ ਕੀ ਗੱਲਾਂ ਕਹਿੰਦੇ ਆ ਇਹ, ਕਿਉਂਕਿ ਉਹ ਇਕੱਲੇ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਤੱਕ ਸੀਮਤ ਨਹੀਂ ਸੀ ਰਹਿਣੀਆਂ ਗੱਲਾਂ। ਉਹ ਉਹਨਾਂ ਦੇ
ਐਕਸਪਰਟਸ ਜਿਹੜੇ ਹੈਗੇ ਆ, ਜਿਹੜੇ ਕਾਰਪੋਰੇਟ ਦੇ ਐਕਸਪਰਟਸ ਆ, ਉਹਨਾਂ ਨੂੰ ਵੀ ਤਾਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਦਿਖਾਈਆਂ ਨਾ ਵੀ ਕਿਸਾਨ ਆਹ ਤਰਕ ਦੇ ਰਹੇ ਨੇ। ਤੇ ਉਸ ਤੋਂ ਬਾਅਦ ਇੱਕ ਤਾਂ ਜੇ ਉਹ ਜਨਤਕ ਹੋ ਜਾਏ, ਕਿਸਾਨਾਂ ਨੇ ਵੀ ਕਿਹਾ ਕਰ ਦੋ ਜਨਤਕ, ਜਿਹੜੇ ਸਾਨੂੰ ਬਾਰ-ਬਾਰ ਪੁੱਛਦੇ ਇਹਦੇ ਚ ਕਾਲਾ ਕੀ ਆ, 11 ਦੌਰ ਦੀ ਗੱਲਬਾਤ ਤੁਹਾਡੇ ਕੋਲ ਪਈ ਆ, ਕਰ ਦੋ ਜਨਤਕ ਨਾ। ਦੂਜੀ ਜਿਹੜੀ ਪੈਰਲਰ ਇੱਕ ਪਾਰਲੀਮੈਂਟ ਚਲਾਈ ਕਿਸਾਨਾਂ ਨੇ ਪਿਛਲੇ ਸੈਸ਼ਨ 'ਚ, ਜਦੋਂ ਪਾਰਲੀਮੈਂਟ ਦਾ ਪਿਛਲਾ ਸੈਸ਼ਨ ਸੀ ਮੌਨਸੂਨ ਸੈਸ਼ਨ, ਉਦੋਂ ਜੰਤਰ ਮੰਤਰ ਤੇ ਜਿਹੜੀ ਇੱਕ ਪੈਰਲਰ ਕਿਸਾਨ ਪਾਰਲੀਮੈਂਟ ਚਲਾਈ ਕਿਸਾਨਾਂ ਨੇ, ਜਿਹਦੇ 'ਚ 200 ਕਿਸਾਨ ਜਿਹੜੇ ਰੋਜ਼ ਚੋਣਵੇਂ ਜਾਂਦੇ ਰਹੇ, ਉਹ ਸਾਰਾ ਦਿਨ ਉੱਥੇ ਬਕਾਇਦਾ ਇੱਕ ਲੋਕ ਸਭਾ ਰਾਜ ਸਭਾ ਉਧਰ ਚੱਲ ਰਹੀ ਸੀ 500-550 ਮੀਟਰ ਦੂਰ, ਤੇ ਦੂਜੇ ਪਾਸੇ ਜੰਤਰ ਮੰਤਰ ਤੇ ਕਿਸਾਨ ਪਾਰਲੀਮੈਂਟ ਲਾ ਕੇ ਬੈਠੇ ਸੀ, ਉਹ ਸਾਰਾ ਦਿਨ ਚੱਲਦੀ ਸੀ। ਉਹ ਡਿਬੇਟ ਨੇ ਵੀ ਇੱਕ ਇੱਕ ਮੱਦ ਦੇ ਉੱਤੇ ਦੱਸਿਆ ਸੀ ਕਿ ਇਹ ਖੇਤੀ ਕਾਨੂੰਨ ਹੈ ਕੀ, ਅਸੀਂ ਕਿਉਂ ਇਹਦੇ ਖਿਲਾਫ ਆਏ ਆ। ਉਹ ਵੀ ਪਬਲਿਕ ਡੋਮੇਨ ਚ ਆ ਜਾਏ, ਉਹ ਵੀ ਸਾਰੀ ਰਿਕਾਰਡਡ ਪਈ ਆ ਸਰਕਾਰ ਦੇ ਕੋਲ ਵੀ, ਤੇ ਪਤਾ ਲੱਗ ਜਾਏਗਾ ਵੀ ਕਿਸਾਨ ਕਿਉਂ ਲੜ ਰਹੇ ਸੀ। ਸੋ ਇਹ ਸਾਰੀਆਂ ਗੱਲਾਂ ਜਨਤਕ ਪ੍ਰਾਪਰਟੀ ਹੈ, ਅਸਲ ਦੇ ਵਿੱਚ ਪਬਲਿਕ ਪ੍ਰਾਪਰਟੀ ਹੈ, ਉਹ ਆ ਜਾਣੀਆਂ ਚਾਹੀਦੀਆਂ। ਨਹੀਂ ਤਾਂ ਕਿਸਾਨ ਅੰਦੋਲਨ ਚ ਜਿਹੜੇ ਸ਼ਾਮਲ ਲੋਕ ਨੇ ਉਹ ਹਾਲੇ ਤਾਂ ਰੁੱਝੇ ਹੋਏ ਨੇ ਆਪਣੀ ਸੰਘਰਸ਼ ਦੇ ਵਿੱਚ, ਤੇ ਮੈਨੂੰ ਲੱਗਦਾ ਹੈ ਕਿ ਇੱਕ ਇਤਿਹਾਸਕ ਦਸਤਾਵੇਜ਼ ਦੇ ਰੂਪ ਦੇ ਵਿੱਚ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਵੀ ਇਹਦੇ ਬਾਰੇ ਸੋਚਣਗੀਆਂ, ਤੇ ਉਹ ਵੀ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਦੇ ਤੌਰ ਤੇ ਛਾਪ ਕੇ ਤੇ ਰਿਕਾਰਡਡ ਵੀ ਜਿਹੜਾ ਹੋਏਗਾ ਸਾਰਾ ਕੁਝ, ਉਹ ਉੱਦਾਂ ਵੀ ਪਬਲਿਕ ਡੋਮੇਨ ਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਬਹੁਤ ਜ਼ਰੂਰੀ ਆ ਆਪਣੇ ਦਸਾਂਝ ਸਾਹਿਬ, ਆਪਾਂ ਕਈ ਵਾਰ ਇੱਥੇ ਗੱਲ ਕਰ ਚੁੱਕੇ ਹਾਂ ਪਹਿਲਾਂ ਵੀ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਵੀ ਵੈਸੇ ਚੰਗੀ ਗੱਲ ਆ ਕਿ ਉਹਨਾਂ ਨੇ ਸੰਜਮ ਰੱਖਿਆ, ਉਹਦੇ ਨਾਲ ਹੋਰ ਉਤੇਜਨਾ ਵੱਧਦੀ। ਹੁਣ ਸਮਾਂ ਹੈ ਕਿ ਜਦੋਂ ਇਹ ਕਾਨੂੰਨ ਵਾਪਸ ਹੋ ਜਾਂਦੇ ਆ, ਉਸ ਤੋਂ ਬਾਅਦ ਸ਼ਾਇਦ ਕੋਈ ਅੱਛਾ ਰਾਈਟਰ ਇਹ ਜ਼ਿੰਮੇਵਾਰੀ ਲਵੇ ਕਿ ਉਹ ਕੋਈ ਆਪਣੀ ਕਿਤਾਬ ਲਿਖੇ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਸਟੈਪ ਬਾਈ ਸਟੈਪ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਵਧੀਆ ਯਤਨ ਜਿਹੜਾ ਉਹ ਕਰ ਸਕਦੇ ਨੇ। ਸੋ ਅੱਛੀ ਗੱਲ ਹੈ ਜੇ ਕਿਸਾਨ ਜਥੇਬੰਦੀਆਂ ਵੀ ਇਹਨੂੰ, ਹੁਣ ਤੇ ਓਪਨ ਸੀਕ੍ਰੇਟ ਹੈ ਚੀਜ਼ਾਂ, ਹੁਣ ਕੋਈ ਐਸੀਆਂ ਤਾਂ ਹੈ ਨਹੀਂ ਕਿ ਸਰਕਾਰ ਕੋਲ ਸੀਲਬੰਦ ਪਈਆਂ ਨੇ ਜਿਹੜੀਆਂ ਬਾਹਰ ਨਹੀਂ ਆ ਸਕਦੀਆਂ। ਉਹ ਰਿਕਾਰਡਿੰਗ ਕਿਸਾਨਾਂ ਕੋਲ ਵੀ ਹੈਗੀ ਆ, ਜਿਹੜੀ ਪਾਰਲੀਮੈਂਟ ਕਿਸਾਨਾਂ ਚਲਾਈ ਉਹਦੀ ਰਿਕਾਰਡਿੰਗ ਵੀ ਹੈਗੀ ਆ, ਔਰ ਜੋ ਅੰਦਰ ਹੁੰਦਾ ਰਿਹਾ ਉਹ ਸਾਰੀ ਰਿਕਾਰਡਿੰਗ ਕਿਸਾਨਾਂ ਕੋਲ ਵੀ ਹੋਏਗੀ ਕਿਤੇ ਨਾ ਕਿਤੇ। ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਆਉਣੀਆਂ ਚਾਹੀਦੀਆਂ ਨੇ। ਹੁਣ ਅਗਲੇ ਵੱਲ ਵਧਦੇ ਹਾਂ। ਚਾਈਨਾ ਦਾ ਜਿਹੜਾ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਅਖਬਾਰ ਹੈ ਉਹਨਾਂ ਨੇ ਵੀ ਮੋਦੀ ਇਹਨਾਂ ਤੇ ਕਾਫੀ ਤਨਜ ਕੱਸਿਆ। ਉਹਨਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਭਾਰਤ ਨੂੰ ਡਿਫੈਂਸ ਤੇ ਖਰਚਾ ਕਰਨ ਨਾਲੋਂ ਬਿਹਤਰ ਇਹ ਕੰਮ ਕਰਨਾ ਚਾਹੀਦਾ ਕਿ ਆਪਣੇ ਕਿਸਾਨਾਂ ਦੀ ਸਾਰ ਲਵੇ। ਤੇ ਨਾਲ ਦੀ ਨਾਲ ਉਹਨਾਂ ਨੇ ਹੈਰਾਨੀ ਵੀ ਪ੍ਰਗਟ ਕੀਤੀ ਕਿ ਮੋਦੀ ਵਰਗਾ ਬੰਦਾ ਇਹ ਕਿਵੇਂ ਮਜਬੂਰ ਹੋ ਗਿਆ ਇਹ ਕੇਸ ਵਾਪਸ, ਜਿਹੜੇ ਕਾਨੂੰਨ ਵਾਪਸ ਲੈਣ ਲਈ। ਯਾਨੀ ਕਿ ਦੁਨੀਆ ਬੜੀ ਨਿਗਾਹ ਲਾ ਕੇ, ਸਾਡੇ ਦੋਸਤ ਵੀ ਤੇ ਦੁਸ਼ਮਣ ਵੀ ਦੇਖ ਰਹੇ ਨੇ ਕਿ ਹਿੰਦੁਸਤਾਨ 'ਚ ਹੋ ਕੀ ਰਿਹਾ ਆ। ਇਹ ਇਤਿਹਾਸ ਸਿਰਜਿਆ ਗਿਆ ਤੇ ਇਹ ਬੜੀ ਦੂਰ ਤੱਕ ਜਿਹੜੀ ਆ ਇਹਦੇ ਅਸਰ ਜਿਹੜੇ ਆ ਉਹ ਰਹਿਣਗੇ। ਜਿਹੜੇ ਗਵਰਨਰ ਸਾਹਿਬ ਨੇ ਸਤਿਆਪਾਲ ਮਲਿਕ ਕਰੀ, ਉਹਨਾਂ ਦਾ ਅੱਜ ਫਿਰ ਬਿਆਨ ਆਇਆ ਕਿ ਕਾਨੂੰਨ ਵਾਪਸ ਲੈ ਲਏ, ਤੁਹਾਡਾ ਧੰਨਵਾਦ, ਚੰਗਾ ਕੀਤਾ, ਪਰ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਨੂੰ ਵੀ ਸੁਹਿਰਦਤਾ ਨਾਲ ਵਿਚਾਰ ਕੇ ਉਹਦੇ 'ਤੇ ਕਮੇਟੀ ਬਣਾ ਕੇ ਤੇ ਉਹਦੇ 'ਤੇ ਯੋਗ ਫੈਸਲੇ ਜਿਹੜੇ ਆ ਉਹ ਲਓ। ਉਹ ਬਾਰ-ਬਾਰ ਜਿਹੜੇ ਆ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਈ ਆ। ਮਤਲਬ ਸਮੂਹ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਕਿ ਉਹਨਾਂ ਨੇ ਸੱਚ 'ਤੇ ਘੱਟੋ ਘੱਟ ਪਹਿਰਾ ਦਿੱਤਾ, ਪਰਵਾਹ ਨਹੀਂ ਕੀਤੀ ਕਿ ਮੈਨੂੰ ਗਵਰਨਰ ਕਿਹਨੇ ਬਣਾਇਆ। ਇੱਕ ਆਵਾਜ਼ ਉੱਭਰਦੀ ਰਹੀ ਜਿਹੜੀ ਬੀਜੇਪੀ ਦੀ ਬਾਕੀ ਲੀਡਰਸ਼ਿਪ 'ਚ ਕਿਤੇ ਸਾਨੂੰ ਨਜ਼ਰ ਨਹੀਂ ਆਈ, ਜਿਨ੍ਹਾਂ ਤੋਂ ਵੱਡੀਆਂ ਉਮੀਦਾਂ ਸੀ ਰਾਜਨਾਥ ਸਿੰਘ ਵਰਗਿਆਂ ਕੋਲ। ਹਾਂ, ਜੇ ਕਿਤੇ ਕਦੇ ਆਉਂਦੀ ਰਹੀ ਤੇ ਉਹਨਾਂ ਡਿਸੀਡੈਂਟ ਕੋਲੋਂ ਆਉਂਦੀ ਰਹੀ ਜਿਨ੍ਹਾਂ ਨੂੰ ਰਾਜ ਭਾਗ ਵਿੱਚ ਮੌਕਾ ਨਹੀਂ ਮਿਲਿਆ ਤੇ ਉਹਨਾਂ ਨੂੰ ਇਗਨੋਰ ਕੀਤਾ ਆ। ਉਹਨਾਂ ਨੇ ਕਿਤੇ ਕੋਈ ਬਿਆਨ ਦਿੱਤਾ ਹੋਏਗਾ, ਪਰ ਜਿਹੜੇ ਪਾਵਰ ਦੇ ਵਿੱਚ ਸੱਤਾ ਦਾ ਆਨੰਦ ਮਾਣ ਰਹੇ ਲੋਕ ਸੀਗੇ ਤੇ ਜਿਹੜਾ ਉਹਨਾਂ ਦਾ ਕਾਡਰ ਸੀ ਥੱਲੇ ਤੱਕ, ਉਹਨਾਂ ਦਾ ਜਿਹੜਾ ਵਤੀਰਾ ਸੀਗਾ ਉਹ ਬਹੁਤ ਹੀ ਘਟੀਆ ਤੇ ਨਿੰਦਣਯੋਗ ਰਿਹਾ। ਇਹ ਦੇਖੋ, ਜਿੱਥੇ ਚਾਈਨਾ ਦਾ ਮਾਮਲਾ ਹੈ ਤੇ ਠੀਕ ਹੈ, ਮੁਲਕ ਜਿਹੜੇ ਹੁੰਦੇ ਨੇ ਉਹਨਾਂ ਨੇ ਤਾਂ ਫਿਰ ਟੀਕਾ ਟਿੱਪਣੀ ਕਰਨੀ ਹੁੰਦੀ ਹੈ। ਤੇ ਪਰ ਜਿਹੜੀ ਗੱਲ ਸਲਾਹ ਜਿਹੜੀ ਚਾਈਨਾ ਦੇ ਰਿਹਾ ਭਾਰਤ ਨੂੰ, ਅਸੀਂ ਤਾਂ ਖੁਦ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਕੋਈ ਵੀ ਮੁਲਕ ਜਿਹੜਾ ਆ ਉਹ ਆਪਣੀ ਡਿਫੈਂਸ ਤੇ ਜਿਹੜਾ ਖਰਚਾ ਕਰਦਾ, ਉਹ ਅਸਲ ਦੇ ਵਿੱਚ ਉਹ ਲੋਕਾਂ ਤੇ ਜਿਹੜਾ ਖਰਚ ਕੀਤਾ ਜਾਣਾ ਚਾਹੀਦਾ ਉਹਦੇ ਤੇ ਡਾਕਾ ਹੈ ਇੱਕ ਕਿਸਮ ਦਾ। ਤੇ ਪਰ ਜਿਹੜੇ ਲੋਕ ਸਲਾਹ ਦਿੰਦੇ ਨੇ ਉਹਨਾਂ ਨੂੰ ਆਪਣਾ ਡਿਫੈਂਸ ਦਾ ਖਰਚ ਜਿਹੜਾ ਹੈ ਉਹ ਵੀ ਘਟਾ ਲੈਣਾ ਚਾਹੀਦਾ। ਉਹਨਾਂ ਨੂੰ ਵੀ ਕੀ ਲੋੜ ਹੈ?
ਚਾਈਨਾ ਨੂੰ ਵੀ ਕੀ ਜ਼ਰੂਰਤ ਹੈ? ਚਾਈਨਾ ਨੂੰ ਵੀ ਮੈਨੂੰ ਲੱਗਦਾ ਹੈ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਖਰਚ ਜਿਹੜਾ ਆ ਅਮਰੀਕਾ ਤੋਂ ਬਾਅਦ ਜੇ ਕੋਈ ਡਿਫੈਂਸ ਤੇ ਕਰਦਾ ਤੇ ਉਹ ਚਾਈਨਾ ਕਰਦਾ। ਮੇਰੇ ਕੋਲ ਅੰਕੜੇ ਤਾਂ ਨਹੀਂ ਹੈ, ਪਰ ਇਹ ਗੱਲ ਪਤਾ ਹੈ ਸਾਰੀ ਦੁਨੀਆ ਨੂੰ ਵੀ ਅਮਰੀਕਾ ਤੋਂ ਬਾਅਦ ਆਪਣੀ ਡਿਫੈਂਸ ਤੇ ਜਾਂ ਕਹਿ ਲਓ ਵੀ ਆਰਮੀ ਤੇ ਉਹਦੇ ਸਾਜ਼ੋ ਸਮਾਨ ਤੇ ਸਭ ਤੋਂ ਵੱਧ ਖਰਚ ਜੇ ਕੋਈ ਕਰਦਾ ਤੇ ਉਹ ਚਾਈਨਾ ਹੈ। ਭਾਰਤ ਵੀ ਉਹਨਾਂ ਮੁਲਕਾਂ 'ਚ ਸ਼ਾਮਲ ਹੈ ਜਿਹੜੇ ਬਹੁਤ ਵੱਡਾ ਜਿਨ੍ਹਾਂ ਦਾ ਬਜਟ ਹੈ। ਸਾਡਾ ਟੋਟਲ ਬਜਟ ਦਾ ਜਿਹੜਾ 36% ਜਿਹੜਾ ਹੈ ਡਿਫੈਂਸ ਤੇ ਖਰਚ ਹੁੰਦਾ ਹੈ, ਤੇ ਉਹਦੇ ਮੁਕਾਬਲੇ ਜੇ ਤੁਸੀਂ ਦੇਖਣਾ ਹੋਵੇ ਤਾਂ 1 ਤੋਂ 1.5-2% ਤੱਕ ਐਜੂਕੇਸ਼ਨ ਤੇ ਖਰਚ ਰਹਿ ਗਿਆ। ਤੇ ਜਿਸ ਐਜੂਕੇਸ਼ਨ ਬਾਰੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਘੱਟੋ ਘੱਟ ਜਿਹੜਾ 10% ਜਿਹੜਾ ਐਜੂਕੇਸ਼ਨ ਤੇ ਕੁੱਲ ਬਜਟ ਦਾ ਖਰਚ ਕੀਤਾ ਜਾਣਾ ਚਾਹੀਦਾ, ਤੇ ਜਿਸ ਐਜੂਕੇਸ਼ਨ ਬਾਰੇ ਭਾਰਤ ਦੇ ਸੰਵਿਧਾਨ 'ਚ ਵੀ ਦਰਜ ਹੈ ਕਿ 6% ਤਾਂ ਘੱਟੋ ਘੱਟ ਜ਼ਰੂਰ ਚਾਹੀਦਾ ਐਜੂਕੇਸ਼ਨ ਤੇ, ਉੱਥੇ 1.5-2% ਰਹਿ ਗਿਆ ਐਜੂਕੇਸ਼ਨ ਤੇ। ਇਹਦੇ ਹੈਲਥ ਸੈਕਟਰ ਤੇ ਵੀ ਕੁਝ ਨਹੀਂ ਹੈ ਸਾਡੇ ਕੋਲ, ਤੇ ਭਾਰਤ 36% ਤੋਂ ਜ਼ਿਆਦਾ ਜਿਹੜਾ ਹੈ ਕੁੱਲ ਬਜਟ ਦਾ ਡਿਫੈਂਸ ਤੇ ਖਰਚ ਕਰਦਾ ਹੈ। ਡਿਫੈਂਸ ਦਾ ਮਤਲਬ ਇਹ ਨਹੀਂ ਹੈ, ਆਰਮੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਧਾਰਨ ਜਿਹੜਾ ਆਰਮੀ ਮੈਨ ਹੈ, ਕੋਈ ਫੌਜੀ ਹੈ ਤੇ ਉਹਦੇ ਤੇ ਇਹ ਖਰਚ ਹੁੰਦਾ। ਉਹਦੀ ਜੀਵਨ ਦੀ ਹਾਲਤ ਤਾਂ ਬਹੁਤ ਬੁਰੀ ਹੈ ਜਿਹੜਾ ਸਧਾਰਨ ਫੌਜੀ ਹੈ। ਹਾਂ, ਜਿਹੜੇ ਅਫਸਰ ਨੇ ਉਹਨਾਂ ਵਾਸਤੇ ਸਾਰੀਆਂ ਸਹੂਲਤਾਂ ਹੈਗੀਆਂ, ਪਰ ਸਧਾਰਨ ਜਿਹੜਾ ਕਾਂਸਟੇਬਲ ਹੈ, ਫੌਜੀ ਹੈ, ਉਹਦੇ ਵਾਸਤੇ ਹਾਲਤ ਵੱਧ ਤੋਂ ਬੱਤਰ ਹੈ। ਤੇ ਉਹ ਜਿਹੜਾ ਸਾਰਾ ਖਰਚਾ ਹਥਿਆਰਾਂ ਤੇ ਖਰਚ ਹੁੰਦਾ ਹੈ। ਚਾਈਨਾ ਨੂੰ ਵੀ ਇਹਦੇ ਤੇ ਡਿਬੇਟ 'ਚ ਆਉਣਾ ਹੀ ਹੈ, ਤਾਂ ਚਾਈਨਾ ਨੂੰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕਾਂ 'ਚ ਚੀਨ ਆਉਂਦਾ ਹੈ, ਤੇ ਉਹਨੂੰ ਇਹ ਗੱਲ ਰੱਖ ਦੇਣੀ ਚਾਹੀਦੀ ਹੈ ਦੁਨੀਆ ਦੇ ਸਾਹਮਣੇ ਵੀ ਆਓ ਆਪਾਂ ਡਿਫੈਂਸ ਤੇ ਖਰਚਾ ਘਟਾਈਏ, ਕੀ ਲੋੜ ਹੈ ਇਹਦੀ। ਤੇ ਇਕੱਲੇ ਭਾਰਤ ਨੂੰ ਸਲਾਹ ਦੇਣ ਦੀ ਥਾਂ ਤੇ ਆਪਣੇ ਆਪ ਤੇ ਵੀ ਉਹ ਲਾਗੂ ਕਰੇ। ਅਸੀਂ ਖੁਦ ਚਾਹੁੰਦੇ ਹਾਂ ਇਹ ਹੋਣਾ ਚਾਹੀਦਾ। ਹਥਿਆਰਾਂ ਦੀ ਜ਼ਰੂਰਤ ਹੀ ਨਹੀਂ ਹੈ, ਹਥਿਆਰ ਚਾਹੀਦੇ ਨਹੀਂ, ਤੇ ਇਸ ਕਰਕੇ ਉਹ ਜਿਹੜਾ ਐਡਾ ਵੱਡਾ ਖਰਚਾ ਹੈ ਉਹਨੂੰ ਰਿਮੂਵ ਕਰਨਾ ਚਾਹੀਦਾ। ਚਲੋ ਖੈਰ, ਇਹ ਚਾਈਨਾ ਦਾ ਆਪਣੀ ਇੱਕ ਪਾਲਿਸੀ, ਉਹਦੇ ਮੁਤਾਬਕ ਉਹਨਾਂ ਨੇ ਇਹ ਗੱਲਾਂ ਕੀਤੀਆਂ ਹੋਣਗੀਆਂ, ਪਰ ਭਾਰਤ ਨੂੰ ਇਹਨੂੰ ਨੈਗੇਟਿਵ ਲੈਣ ਦੀ ਥਾਂ ਦੇ ਉੱਤੇ ਸਗੋਂ ਪੋਜ਼ਿਟਿਵ ਲੈਣਾ ਚਾਹੀਦਾ ਹੈ। ਤੇ ਇਹ ਅਪੀਲ ਕਰਨੀ ਚਾਹੀਦੀ ਹੈ ਚੀਨ ਨੂੰ ਵੀ ਲਓ, ਅਸੀਂ ਇਹਦੇ ਚੋਂ ਕਟੌਤੀ ਕੀਤੀ 10% ਅਸੀਂ ਡਿਫੈਂਸ ਦੇ ਖਰਚੇ ਦੀ, ਤੁਸੀਂ ਵੀ ਕਰ ਦਿਓ ਕਟੌਤੀ, ਆਪਣੀ ਹਟਾ ਲਓ ਤੁਸੀਂ ਵੀ 50,000 ਫੌਜੀ ਜਿਹੜੇ ਸਾਡੇ ਬਾਰਡਰ ਤੇ ਲਾਏ ਆ, ਅਸੀਂ ਵੀ ਹਟਾ ਲੈਂਦੇ ਹਾਂ। ਇੱਥੋਂ ਪਹਿਲ ਕਦਮੀ ਹੋ ਜਾਣੀ ਚਾਹੀਦੀ ਹੈ, ਪਰ ਨਹੀਂ ਹੋਣਾ। ਇਹ ਸਿਰਫ ਗੱਲਾਂ ਹੀ ਹੁੰਦੀਆਂ। ਅਗਲੀ ਗੱਲ ਜਿਹੜੀ ਮੇਘਾਲਿਆ ਦੇ ਰਾਜਪਾਲ ਨੇ, ਜਿਹੜੇ ਰਾਜਪਾਲ ਨੇ ਸੱਤਿਆਪਾਲ ਮਲਿਕ, ਇਹ ਠੀਕ ਹੈ ਗੱਲ ਤੁਹਾਡੀ, ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਕਿਸਾਨਾਂ ਦਾ ਸਾਥ ਦਿੱਤਾ, ਇੱਕ ਵਾਰ ਨਹੀਂ, 2 ਵਾਰ ਨਹੀਂ, ਲਗਾਤਾਰ। ਤੇ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਵੀ ਜੇ ਮੇਰੇ ਇਸ ਕਰਮ ਕਰਕੇ ਮੇਰੀ ਕੁਰਸੀ ਜਾਂਦੀ ਹੈ ਤਾਂ ਮੈਨੂੰ ਇਹਦਾ ਕੋਈ ਬਲਾਲ ਨਹੀਂ ਹੈ। ਜਿਨ੍ਹਾਂ ਨੇ ਮੈਨੂੰ ਰਾਜਪਾਲ ਲਾਇਆ, ਇੱਕ ਪੱਤਰਕਾਰ ਨੇ ਪੁੱਛ ਲਿਆ ਉਹਨੂੰ, ਇੱਕ ਪੱਤਰਕਾਰ ਨੇ, ਜਿਹੜਾ ਗੋਦੀ ਮੀਡੀਆ ਦਾ ਪੱਤਰਕਾਰ ਆ, ਉਹਨੇ ਪੁੱਛ ਲਿਆ, ਕੱਲ ਮੈਂ ਥੋੜੀ ਜਿਹੀ ਦੇਖੀ ਇੰਟਰਵਿਊ, ਸਾਰੀ ਤਾਂ ਨਹੀਂ ਦੇਖੀ, ਵੀ ਜਿਨ੍ਹਾਂ ਨੇ ਤੁਹਾਨੂੰ ਲਾਇਆ ਤੁਸੀਂ ਉਹਨਾਂ ਦੇ ਖਿਲਾਫ ਹੀ ਬੋਲੀ ਜਾਂਦੇ ਆ। ਤੇ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਲਾਇਆ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਦਾ, ਮੈਂ ਤਾਂ ਕਿਸਾਨਾਂ ਦੇ ਹੱਕ 'ਚ ਬੋਲਦਾ, ਖੇਤੀ ਕਾਨੂੰਨਾਂ ਦੇ ਖਿਲਾਫ ਬੋਲਦਾ, ਤੇ ਤੁਹਾਨੂੰ ਕੋਈ ਰਾਈਟ ਨਹੀਂ ਹੈ ਮੇਰੇ ਨਾਲ ਇਹ ਗੱਲ ਕਰਨ ਦਾ। ਜਿਨ੍ਹਾਂ ਨੇ ਮੈਨੂੰ ਲਾਇਆ, ਜੇ ਉਹਨਾਂ ਨੂੰ ਤਕਲੀਫ ਹੈ ਤੇ ਮੈਨੂੰ ਜਦੋਂ ਮਰਜ਼ੀ ਕਹਿ ਦੇਣ। ਮੈਨੂੰ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਹੀਂ ਲਾਇਆ, ਜਦੋਂ ਮਰਜ਼ੀ ਪ੍ਰਧਾਨ ਮੰਤਰੀ ਮੈਨੂੰ ਕਹਿ ਦੇਣ, ਮੈਂ ਉਸੇ ਵੇਲੇ ਕੁਰਸੀ ਛੱਡ ਕੇ ਆ ਜਾਊਂਗਾ। ਪਰ ਜਿਹੜੀ ਇੱਥੇ ਗੱਲ ਮੈਂ ਕਰਨੀ ਚਾਹੁੰਦਾ, ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਗੱਲਾਂ ਜਿੱਦਾਂ ਉਹ ਕਰਦੇ ਨੇ ਬੜੀਆਂ ਸਪਸ਼ਟ ਉਹਨਾਂ ਨੇ ਕੀਤੀਆਂ। ਸਿੱਖ ਭਾਈਚਾਰੇ ਵੀ ਇੱਕ ਭਾਸ਼ਣ 'ਚ ਸਿੱਖ ਭਾਈਚਾਰੇ ਬਾਰੇ ਵੀ ਉਹਨਾਂ ਨੇ ਤਮਾਮ ਉਹ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਨੇ ਉਹ ਪਿਛਲਾ ਇਤਿਹਾਸ ਵੀ ਦੱਸਿਆ, ਸ਼੍ਰੀਮਤੀ ਇੰਦਰਾ ਗਾਂਧੀ ਵਾਲਾ ਮਾਮਲਾ ਵੀ, ਸਾਰੀਆਂ ਚੀਜ਼ਾਂ, ਮਤਲਬ ਪਿਛਲਾ 300-400 ਸਾਲ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਵੀ ਸਿੱਖ ਜਿਹੜੇ ਆ ਕਦੀ ਭੁੱਲਦੇ ਨਹੀਂ ਹੈ, ਤੇ ਜੇ ਉਹਨਾਂ ਨਾਲ ਵਧੀਕੀ ਹੋਈ ਹੈ ਤੇ ਜਿਹਨਾਂ ਨੇ ਵਧੀਕੀ ਕੀਤੀ ਹੁੰਦੀ ਉਹਨਾਂ ਨੂੰ ਕਦੀ ਮਾਫ ਨਹੀਂ ਕਰਦੇ। ਏਦਾਂ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ। ਉਹ ਕਿਤੇ ਬੋਲ ਰਹੇ ਸੀ, ਸਰਕਾਰੀ ਬੋਲ ਰਹੇ ਸੀ, ਮੈਂ ਉਹ ਪੂਰਾ ਨਹੀਂ ਸੁਣ ਸਕਿਆ, ਪਰ ਮੈਂ 1-2 ਲਾਈਨਾਂ ਏਦਾਂ ਦੀਆਂ ਸੁਣੀਆਂ, ਉਹਨਾਂ ਨੇ ਇਹ ਗੱਲਾਂ ਕਹੀਆਂ। ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਇੰਨਾ ਮੁਖਰ ਹੋ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਕੀਤੀਆਂ, ਕਰ ਰਹੇ ਨੇ, ਕਿਹੜੀ ਮਜਬੂਰੀ ਦੇ ਵਿੱਚ, ਜਿਹੜੀ ਸਰਕਾਰ ਕਿਸੇ ਦੀ ਵੀ ਨਹੀਂ ਸੁਣਦੀ, ਜੇ ਕੋਈ ਚੂੰ ਵੀ ਕਰਦਾ ਉਹਦੀ ਕੁਰਸੀ ਖਿੱਚ ਲੈਂਦੀ ਹੈ, ਉਹ ਸਰਕਾਰ ਸੱਤਿਆਪਾਲ ਮਲਿਕ ਦੇ ਖਿਲਾਫ ਐਕਸ਼ਨ 'ਚ ਕਿਉਂ ਨਹੀਂ ਆਈ? ਕੀ ਕਿਤੇ ਇਹਦੇ ਪਿੱਛੇ RSS ਹੈ? RSS ਕੋਈ ਨਾ ਕੋਈ ਇੱਕ ਪੈਰਲਰ ਨੈਰੇਟਿਵ ਉਸਾਰ ਕੇ ਰੱਖਣਾ ਚਾਹੁੰਦੀ ਹੈ ਨਰਿੰਦਰ ਮੋਦੀ ਦੇ ਬਰਾਬਰ, ਜਾਂ ਕੀ ਹੈ? ਇਹਦੀਆਂ ਪਰਤਾਂ ਖੁੱਲਣਗੀਆਂ ਜ਼ਰੂਰ ਭਵਿੱਖ ਦੇ ਵਿੱਚ, ਪਰ ਏਦਾਂ ਹੁੰਦਾ ਨਹੀਂ ਆਮ ਤੌਰ ਦੇ ਉੱਤੇ। ਜਿਸ ਤਰ੍ਹਾਂ ਦੀ ਸਰਕਾਰ ਹੈ ਸਾਡੀ, ਜਿਹੜੀ ਕਿਸੇ ਨੂੰ ਵੀ ਨਹੀਂ ਬਰਦਾਸ਼ਤ ਕਰਦੀ, ਉਹਦਾ ਆਪਣਾ ਬੰਦਾ
ਉਹਦੇ ਖਿਲਾਫ ਲਗਾਤਾਰ ਭੁਗਤਿਆ ਹੋਵੇ, ਇੱਕ ਵਾਰੀ ਹੋਵੇ, ਦੋ ਵਾਰੀ ਹੋਵੇ, ਪਰ ਲਗਾਤਾਰ ਭੁਗਤਿਆ ਹੋਵੇ ਤੇ ਭੁਗਤ ਰਿਹਾ ਹੋਵੇ ਤੇ ਭਵਿੱਖ ਵਿੱਚ ਵੀ ਭੁਗਤਣ ਦੀ ਸੰਭਾਵਨਾ ਹੋਵੇ, ਉਹਦੇ ਪ੍ਰਤੀ ਬਿਲਕੁਲ ਚੁੱਪ ਵੱਟ ਲੈਣੀ, ਇਹ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਜੀ। ਬਿਲਕੁਲ ਜੀ, ਇੱਕ ਹੈਰਾਨਕੁਨ ਵਰਤਾਰਾ ਵੀ ਹੈ ਔਰ ਇੱਕ ਕਿਸਮ ਦੀ ਪਹੇਲੀ ਵੀ ਹੈ ਜਿਹੜੀ ਆਪੋ ਆਪਣੀ ਤਰ੍ਹਾਂ ਮੀਨਿੰਗ ਕੱਢਣਗੇ ਸਾਰੇ ਪੱਤਰਕਾਰ। ਜਿਵੇਂ ਤੁਸੀਂ ਕਿਹਾ ਕਿ ਸ਼ਾਇਦ RSS ਦੀ ਸਪੋਰਟ ਹੋਵੇ ਜਾਂ ਕੁਝ ਹੋਰ ਕਾਰਨ ਹੋ ਸਕਦੇ ਆ। ਪਰ ਇੱਕ ਗੱਲ ਮੇਰੇ ਦਿਮਾਗ 'ਚ ਇੱਕ ਚੱਲ ਰਹੀ ਆ ਦਸਾਂਝ ਸਾਹਿਬ, ਮੇਘਾਲਿਆ ਦੇ ਵਿੱਚ ਹੀ ਮੇਰੇ ਖਿਆਲ ਸ਼ਿਲਾਂਗ ਆਉਂਦਾ ਜੀ, ਤੇ ਉੱਥੇ ਇੱਕ ਪੰਜਾਬੀ ਲੇਨ ਦਾ ਬੜਾ ਝਗੜਾ ਚੱਲ ਰਿਹਾ। ਉੱਥੇ ਪੰਜਾਬੀ ਵੱਸੋਂ ਆ ਤੇ ਉੱਥੋਂ ਦੇ ਸਥਾਨਕ ਲੋਕ ਉੱਥੋਂ ਉਹਨਾਂ ਨੂੰ ਖਾੜਨਾ ਚਾਹੁੰਦੇ ਆ। ਸਤਪਾਲ ਮਲਕਰਾਂ ਦਾ ਉਹਦੇ ਤੇ ਕਦੀ ਕੋਈ ਬਿਆਨ ਨਹੀਂ ਆਇਆ, ਕਦੀ ਉਹਨਾਂ ਇਹ ਨਹੀਂ ਕਿਹਾ ਕਿ ਉਹਨਾਂ ਨੂੰ ਪੰਜਾਬੀਆਂ ਨੂੰ ਅਸੀਂ ਇਨਸਾਫ ਦਿਵਾਵਾਂਗੇ, ਉਹਨਾਂ ਨੂੰ ਉਜਾੜਿਆ ਨਹੀਂ ਜਾਏਗਾ। ਉਹਦੇ ਲਈ ਤੁਹਾਨੂੰ ਯਾਦ ਹੋਣਾ ਸ਼੍ਰੋਮਣੀ ਕਮੇਟੀ ਦਾ ਵਫਦ ਵੀ ਗਿਆ ਸੀਗਾ, ਕਾਂਗਰਸ ਸਰਕਾਰ ਵੱਲੋਂ ਵੀ ਕੁਝ ਲੋਕ ਗਏ ਸੀਗੇ, ਜਿਸ 'ਚ ਮੇਰੇ ਖਿਆਲ ਸੁਖਜਿੰਦਰ ਰੰਧਾਵਾ ਜੀ ਵੀ ਗਏ ਸੀਗੇ। ਕਾਫੀ ਗੱਲ 2-3 ਸਾਲ ਪੁਰਾਣੀ ਹੋ ਗਈ ਆ। ਉਹ ਮੁੱਦਾ ਜਿਹੜਾ ਉਹ ਅਜੇ ਵੀ ਉੱਥੇ ਲਟਕਿਆ ਪਿਆ, ਸ਼ਾਇਦ ਉਹ ਕੋਰਟ ਦੇ ਵਿੱਚ ਲਟਕਿਆ ਪਿਆ ਆ, ਤੇ ਪੰਜਾਬੀ ਜਿਹੜੇ ਉੱਥੇ ਲੰਬੇ ਸਮੇਂ ਤੋਂ ਬੈਠੇ ਹੋਏ ਆ ਉਹਨਾਂ ਨੂੰ ਉਜਾੜਨ ਦੀ ਗੱਲ ਹੋ ਰਹੀ ਆ। ਤੇ ਉੱਥੋਂ ਦਾ ਗਵਰਨਰ ਇਹਨਾਂ ਮੁਖਰ ਹੋ ਕੇ ਹੋਰ ਪੰਜਾਬੀਆਂ ਦੇ ਕਿਸਾਨਾਂ ਦੇ ਹੱਕ 'ਚ ਬੋਲ ਰਿਹਾ ਤੇ ਆਪਣੀ ਸਟੇਟ ਦੇ ਵਿੱਚ ਗਵਰਨਰ ਕੋਲ ਵੀ ਕੋਈ ਪਾਵਰ ਹੋਣਗੀਆਂ, ਉਹਦੇ ਬਾਰੇ ਉਹਨਾਂ ਦੀ ਚੁੱਪੀ ਵੀ ਮੈਨੂੰ ਕਦੀ ਯਾਰ ਕਈ ਵਾਰ ਭੇਦ ਜਿਹੜਾ ਉਹ ਲੱਗਦਾ ਹੈ ਕਿ ਉਹਦੇ ਤੇ ਕਦੀ ਉਹਨਾਂ ਨੇ ਕੋਈ ਬਿਆਨ ਕਿਉਂ ਨਹੀਂ ਦਿੱਤਾ। ਹਾਂ ਬਿਲਕੁਲ, ਦੇਖੋ ਗਵਰਨਰ ਦੇ ਕੋਲ ਬਹੁਤ ਜ਼ਿਆਦਾ ਅਖਤਿਆਰ ਤਾਂ ਨਹੀਂ ਹੁੰਦੇ, ਪਰ ਇਹ ਜ਼ਰੂਰ ਹੈ ਕਿ ਗਵਰਨਰ ਕਾਲ ਕਰ ਸਕਦੇ ਆ ਕਈ ਵਾਰੀ ਜਦੋਂ ਕੋਈ ਸਮੱਸਿਆ ਹੁੰਦੀ ਹੈ, ਕੋਈ ਮੈਮੋਰੈਂਡਮ ਲਾਜ਼ਮੀ ਤੌਰ ਦੇ ਉੱਤੇ ਉਹ ਉੱਥੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਮੈਮੋਰੈਂਡਮ ਤਾਂ ਉੱਥੋਂ ਦੇ ਚੀਫ ਮਿਨਿਸਟਰ ਨੂੰ ਤੇ ਰਾਜਪਾਲ ਨੂੰ ਵੀ ਲਾਜ਼ਮੀ ਤੌਰ ਤੇ ਦਿੱਤਾ ਹੋਏਗਾ। ਆਮ ਤੌਰ ਦੇ ਉੱਤੇ ਇੱਕ ਰੀਤ ਹੈਗੀ ਆ ਕਿ ਕਿਸੇ ਮਸਲੇ ਦੇ ਉੱਤੇ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਫਿਰ ਇੱਕ ਮੈਮੋਰੈਂਡਮ ਜਿਹੜਾ ਆ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਤੱਕ ਵੀ ਦਿੱਤਾ ਜਾਂਦਾ ਹੈ, ਤੇ ਜ਼ਰੂਰ ਦਿੱਤਾ ਹੋਏਗਾ। ਪਰ ਉਹਦੇ ਤੇ ਹੋ ਸਕਦਾ ਉਸ ਸਮੇਂ ਕੋਈ ਉਹਨਾਂ ਦੀ ਟਿੱਪਣੀ ਹੋਵੇ ਜਦੋਂ ਇਹ ਮਸਲਾ ਜ਼ਿਆਦਾ ਉੱਥੇ ਗਰਮ ਹੋਵੇ ਜਾਂ ਉਹਨਾਂ ਨੇ ਕੋਈ ਉਦੋਂ ਕੋਈ ਗੱਲ ਕੀਤੀ ਹੋਵੇ, ਪਰ ਉਹ ਪਬਲਿਕ ਡੋਮੇਨ 'ਚ ਕਿਤੇ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਇਹਦੇ ਤੇ ਜ਼ਰੂਰ ਜਾਣਕਾਰੀ ਇਕੱਠੀ ਕਰਨ ਦੀ ਜ਼ਰੂਰਤ ਹੈ ਵੀ ਜਿਹੜਾ ਤਾਂ ਕੌਮੀ ਪੱਧਰ ਤੇ ਜਾਂ ਗਲੋਬਲ ਲੈਵਲ ਦੇ ਉੱਤੇ ਇੱਕ ਮਸਲਾ ਜਿਹੜਾ ਕਿਸਾਨਾਂ ਦਾ ਉਹ ਦਿਖਾਈ ਦੇ ਰਿਹਾ, ਤੇ ਉਹਦੀ ਤਾਂ ਲਗਭਗ ਰੋਜ਼ ਹੀ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਕੁਝ ਨਾ ਕੁਝ ਬੋਲਦੇ ਹੈ। ਪਰ ਜਿਹੜਾ ਉਹਨਾਂ ਦੇ ਆਪਣੇ ਸੂਬੇ 'ਚ ਜਿੱਥੇ ਰਾਜਪਾਲ ਨੇ, ਉੱਥੇ ਐਡੀ ਵੱਡੀ ਸਮੱਸਿਆ ਜਿਹੜੀ ਪੰਜਾਬੀ ਭਾਈਚਾਰੇ ਦੀ, ਉਹਦੇ ਤੇ ਉਹਨਾਂ ਦਾ ਕੁਝ ਵੀ ਨਾ ਕਹਿਣਾ, ਉਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਪਹੇਲੀ ਜਿਹੀ ਆ, ਬੁਝਾਰਤ ਹੈ, ਤੇ ਇਹਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਸ਼ਾਇਦ ਕੋਈ ਰਿਕਾਰਡ 'ਚ ਹੋਵੇ ਵੀ ਪਹਿਲਾਂ ਕੋਈ ਗੱਲ ਹੋਈ ਹੋਵੇ ਤੇ ਅੱਜ ਕੀ ਸਥਿਤੀ ਹੈ ਉੱਥੋਂ ਦੀ, ਇਹਦੀ ਜਾਣਕਾਰੀ ਵੀ ਲੈਣ ਦੀ ਜ਼ਰੂਰਤ ਹੈ ਜੀ। ਪੰਜਾਬ ਵੱਲ ਆਉਣੇ ਥੋੜ੍ਹੀ ਜਿਹੀਆਂ ਖਬਰਾਂ ਤੇ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ। ਚਰਨਜੀਤ ਚੰਨੀ ਹਰਾਂ ਦਾ ਪੰਜਾਬੀ ਯੂਨੀਵਰਸਿਟੀ ਦਾ ਕਰਜ਼ਾ ਆਪਣੇ ਸਿਰ ਲੈਣਾ ਤੇ ਅੱਗੇ ਤੋਂ ਉਹਨਾਂ ਦੀ ਜਿਹੜਾ ਬਜਟ ਹੈ ਉਹਦੇ ਲਈ ਗ੍ਰਾਂਟ 'ਚ ਡਬਲ ਤੋਂ ਵੀ ਜ਼ਿਆਦਾ ਵਾਧਾ ਕਰਨਾ, ਜਿੱਥੇ ਇੱਕ ਪਾਸੇ ਬੜਾ ਵੱਡਾ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਹੀ ਵੱਡਾ ਕੰਮ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਬਣੀ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਸੀਗੀ ਔਰ ਕੰਮ ਵੀ ਕੀਤਾ ਉਹਨਾਂ ਨੇ। ਕੋਈ ਐਸੀ ਗੱਲ ਨਹੀਂ ਵੀ ਕੰਮ ਨਹੀਂ ਹੋਇਆ, ਪਰ ਹੁਣ ਹੌਲੀ ਹੌਲੀ ਜਿੱਦਾਂ ਅਸੀਂ ਪਿਛਲੇ ਦਿਨੀ ਕਿਤੇ ਬੈਠੇ ਹੋਏ ਸੀ ਯੂਨੀਵਰਸਿਟੀ ਨਾਲ ਜੁੜੇ ਸੱਜਣ, ਜਿਨ੍ਹਾਂ 'ਚ ਡਾਕਟਰ ਗਿੱਲ ਹੋਰੀ ਸੀ, ਗੁਰਨਾਮ ਕੌਰ ਹੋਰੀ ਬੈਠੇ ਸੀ ਜਿਹੜੇ ਉੱਥੇ ਵੱਡੇ ਅਹੁਦਿਆਂ 'ਤੇ ਰਹੇ ਨੇ, ਉਹਨਾਂ ਨੇ ਯੂਨੀਵਰਸਿਟੀ ਦੀ ਆਰਥਿਕਤਾ ਬਾਰੇ ਵੀ ਕੁਝ ਗੱਲਾਂ ਕੀਤੀਆਂ ਸੀ, ਆਫ ਦੀ ਰਿਕਾਰਡ ਜਿਹੜੀ ਗੱਲਬਾਤ ਨਹੀਂ ਸੀ ਇਕੱਠੇ। ਉਸ ਤੋਂ ਇਲਾਵਾ ਔਰ ਜਿਸ ਤਰੀਕੇ ਨਾਲ ਦੱਸ ਰਹੇ ਸੀਗੇ ਕਿ ਜਦੋਂ ਬਣੇ ਸੀ ਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਉਹਨਾਂ ਦਾ ਮੇਰੇ ਨਾਂ ਜੇਨ 'ਚੋਂ ਨਿਕਲ ਗਿਆ, ਉਹ ਪਹੁੰਚੇ ਕੈਪਟਨ ਸਾਹਿਬ ਕੋਲ ਕਿ ਬਾਦਲ ਸਾਹਿਬ ਕੋ ਰਾਦਰ, ਬਾਦਲ ਸਾਹਿਬ ਦੇ ਵੇਲੇ ਦੀ ਗੱਲ ਆ, ਮੈਨੂੰ ਉਹਨਾਂ ਦਾ ਨਾਂ ਭੁੱਲ ਰਿਹਾ, ਆਪਣੇ ਜਿਹੜੇ ਸੀਗੇ VC ਸਾਹਿਬ ਹੁਣੇ ਮੈਨੂੰ ਆ ਜਾਂਦਾ ਯਾਦ, ਜਸਪਾਲ ਸਿੰਘ, ਕਿ ਸਾਡੀ ਯੂਨੀਵਰਸਿਟੀ ਦਾ ਬਹੁਤ ਮੰਦਾ ਹਾਲ ਆ, ਜੇ ਤੁਸੀਂ ਸਾਨੂੰ ਕੋਈ ਗ੍ਰਾਂਟ ਨਹੀਂ ਦੇਣੀ ਤੇ ਜਿਹੜੇ ਕੰਮਾਂ ਲਈ ਯੂਨੀਵਰਸਿਟੀ ਬਣੀ ਉਹਨਾਂ 'ਚ ਨਾ ਬੱਚੇ ਆ ਰਹੇ ਆ, ਕਿਉਂਕਿ ਇਹਨਾਂ ਫੈਸਲਾ ਕਰ ਲਿਆ ਸਰਕਾਰਾਂ ਨੇ ਕਿ ਅਸੀਂ ਤਾਂ ਇੰਨਾ ਕੁ ਦੇ ਸਕਦੇ, ਬਾਕੀ ਤੁਸੀਂ ਫੀਸਾਂ ਤੋਂ ਲਓ, ਤੇ ਫੀਸਾਂ ਬੱਚੇ ਵਧਾਉਣ ਨਹੀਂ ਦਿੰਦੇ, ਨਾ ਮਾਪੇ ਇੰਨੇ ਅਫੋਰਡ ਕਰ ਸਕਦੇ ਆ, ਤੇ ਫਿਰ ਅਸੀਂ ਉਹ ਡਿਪਾਰਟਮੈਂਟ ਬੰਦ ਕਰ ਦਿੰਦੇ, ਉਹ 'ਚ ਬੱਚੇ ਵੀ ਨਹੀਂ ਹੈਗੇ ਤੇ ਸਾਡੇ ਤੇ ਖਰਚੇ ਪੈ ਰਹੇ ਆ, ਤੇ ਉਹ ਵੀ ਸਰਕਾਰ ਨੇ ਅਲਾਓ ਨਹੀਂ ਕੀਤਾ ਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਵਾਪਸ ਭੇਜਤਾ, ਸਗੋਂ ਕਈ ਹੋਰ ਗੱਲਾਂ ਸੁਣਾ ਕੇ ਭੇਜਿਆ, ਤੇ ਉਹਨਾਂ ਨੇ ਫਿਰ ਜਾ ਕੇ ਬੈਂਕਾਂ ਕੋਲੋਂ ਕਰਜ਼ੇ ਲੈਣ ਵਾਲੀ ਨੀਤੀ ਬਣਾ ਲਈ ਤੇ ਉਹ ਬਹੁਤ ਵੱਡਾ ਕਰਜ਼ਾ ਛੱਡ ਕੇ ਯੂਨੀਵਰਸਿਟੀ ਤੋਂ ਬਾਹਰ ਗਏ ਸੀਗੇ। ਤੇ ਇੱਕ ਗੱਲ ਤੇ ਬਹੁਤ ਚੰਗੀ ਕੀਤੀ ਚੰਨੀ ਸਾਹਿਬ ਨੇ, ਜੇ ਸੱਚਮੁੱਚ ਹੀ ਇੱਦਾਂ ਹੋ ਜੇ
ਤੇ ਉਹਨਾਂ ਨੂੰ ਚੰਡੀਗੜ੍ਹ ਵਾਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਬੋਲਣਾ ਚਾਹੀਦਾ। ਉੱਤੇ ਵੀ ਬਹੁਤ ਕੁਝ ਗਲਤ ਮਲਤ ਹੋ ਰਿਹਾ, ਉਹਦੀ ਸੈਨੇਟ 'ਚ ਕਿਸ ਤਰ੍ਹਾਂ ਦਾ ਕੁਝ ਹੋ ਰਿਹਾ। ਤੇ ਨਾਲ ਦੀ ਨਾਲ ਪੰਜਾਬੀ ਭਾਸ਼ਾ ਦੇ ਮੁੱਦੇ ਦੇ ਉੱਤੇ ਜਿਹੜੀ ਬਣੀ ਹੋਈ ਯੂਨੀਵਰਸਿਟੀ ਆ, ਜੇ ਉਹਦੀ ਉਹ ਸਾਰ ਲੈਂਦੇ ਆ, ਮੈਨੂੰ ਨਹੀਂ ਪਤਾ ਕਿ ਉਹ ਕਰ ਪਾਉਣਗੇ ਕੁਝ ਕਿ ਨਹੀਂ। ਜੇ ਰਿਪੀਟ ਹੁੰਦੀ ਆ ਕਾਂਗਰਸ ਦੀ ਸਰਕਾਰ, ਫਿਰ ਤੇ ਉਹਨਾਂ ਨੂੰ ਸਵਾਲ ਕੀਤਾ ਜਾ ਸਕਦਾ, ਨਹੀਂ ਤਾਂ ਉਹ ਬੜੇ ਆਰਾਮ ਨਾਲ ਕਹਿਣਗੇ ਜੀ ਮੈਂ ਤੇ ਕਰ ਦਿੱਤਾ, ਨਵੇਂ ਆਏ ਇਹਨਾਂ ਨਹੀਂ ਕੀਤਾ। ਸੋ ਮੈਂ ਇਹਨੂੰ ਕਹਿਣਾ ਕਿ ਸ਼ੁਭ ਸ਼ਗਨ ਦੇ ਤੌਰ ਤੇ ਲੈਣਾ ਹੀ ਚਾਹੀਦਾ ਕਿ ਉਸ ਪਾਸੇ ਘੱਟੋ ਘੱਟ ਧਿਆਨ ਤੇ ਗਿਆ ਲੋਕਾਂ ਦਾ। ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕੀ ਇਹ ਪ੍ਰਗਟ ਸਿੰਘ ਹਰਾਂ ਦੀ ਬਣਾਈ ਨੀਤੀ ਕਰਕੇ ਹੋਇਆ, ਜਾਂ ਚੰਨੀ ਸਾਹਿਬ ਅਚਨਚੇਤ ਆਪੇ ਹੀ ਸਭ ਕੁਝ ਕਰੀ ਜਾਂਦੇ ਆ? ਦੇਖੋ, ਵਿਚਾਰਾਂ ਤਾਂ ਲਾਜ਼ਮੀ ਤੌਰ ਤੇ ਕੈਬਨਿਟ 'ਚ ਵੀ ਹੁੰਦੀਆਂ, ਤੇ ਦੂਜੀ ਗੱਲ ਹੈ ਕਿ ਪ੍ਰਗਟ ਸਿੰਘ ਹੋਰੀ ਵੀ ਕਿਉਂਕਿ ਬਹੁਤ ਸਿਆਣੇ ਨੇ ਇਹਨਾਂ ਸਾਰੇ ਮਾਮਲਿਆਂ 'ਚੋਂ, ਜਿਵੇਂ ਚੱਲ ਰਹੇ ਨੇ ਉਹਦੇ ਕਰਕੇ ਇੱਕ ਉਮੀਦ ਵੀ ਹੈ ਕਿ ਇਸ ਤਰ੍ਹਾਂ ਦੇ ਜੇ ਮੰਤਰੀ ਰਹਿਣਗੇ ਪੰਜਾਬ ਸਰਕਾਰ ਦੇ ਕੋਲ ਤਾਂ ਬਿਹਤਰ ਹੋਏਗਾ। ਪਰ ਮਸਲਾ ਇਹ ਹੈ ਕਿ ਜੋ ਚਰਨਜੀਤ ਸਿੰਘ ਚੰਨੀ ਹੋਰੀ ਕਹਿ ਰਹੇ ਨੇ ਜਾਂ ਦਿਖਾਈ ਦੇ ਰਹੇ ਨੇ ਕਰਦੇ, ਉਹ ਸਿਰਫ ਬੋਲਾਂ ਦੇ ਵਿੱਚੋਂ ਹੀ ਨਿਕਲ ਰਿਹਾ, ਕਿਉਂਕਿ ਅਮਲੀ ਰੂਪ ਦੇ ਵਿੱਚ ਤਾਂ ਇਹਨੂੰ ਹੁਣ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜਿਹੜਾ ਬਜਟ ਹੈ, ਉਹ ਬਜਟ ਵੀ ਜਾ ਕੇ ਜਦੋਂ ਫਿਰ ਉਹ ਮਹੀਨਾ ਆਉਂਦਾ ਹੁੰਦਾ, ਮਤਲਬ 31 ਮਾਰਚ ਤੋਂ ਬਾਅਦ ਹੀ ਬਜਟ ਜਿਹੜਾ ਅਗਲਾ ਹੁੰਦਾ, ਉਹ ਤੇ 9.5 ਕਰੋੜ ਦਾ ਬਜਟ ਹੈ ਉਹਨਾਂ ਦਾ। ਉਹ ਕਹਿੰਦੇ ਅਸੀਂ 20 ਕਰੋੜ ਕਰਤਾ ਜੀ, ਹਰ ਸਾਲ 20 ਕਰੋੜ ਦਾ ਬਜਟ ਹੋਏਗਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ। ਮੈਂ 1 ਮਿੰਟ ਲਈ ਹੁਣ ਰੁਕਣਾ 150 ਕਰੋੜ। ਦਸਾਂਝ ਸਾਹਿਬ, ਮੈਨੂੰ ਲੱਗਦਾ ਹੈ ਕਿ ਸਰਕਾਰ ਕੋਲ ਘੱਟੋ ਘੱਟ ਜਿੱਦਾਂ ਆਰਡੀਨੈਂਸ ਜਾਰੀ ਕਰਕੇ ਕੋਈ ਚੀਜ਼ਾਂ ਮਨਾਉਣ ਵਾਲੀਆਂ ਹੁੰਦੀਆਂ, ਕੋਈ ਸਰਕੂਲਰ ਕੱਢਿਆ ਗੌਰਮੈਂਟ ਦਾ ਆਥੋਰਾਈਜ਼ਡ ਡਾਕੂਮੈਂਟ ਹੁੰਦਾ ਆ, ਜਦੋਂ ਸਰਕੂਲਰ ਆ ਜਾਂਦਾ ਉਹ ਵਿਭਾਗ ਕੋਲੋਂ ਚੱਲ ਕੇ ਤੇ ਆਪਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਰਕਾਰ ਕਰਨ ਜਾ ਰਹੀ ਆ। ਇੱਦਾਂ ਦੀ ਕੋਈ ਕਾਰਵਾਈ ਹੋ ਰਹੀ ਆ, ਜਾਂ ਸਿਰਫ ਮੂੰਹ ਜ਼ਬਾਨੀ ਉੱਥੇ ਬੋਲ ਕੇ ਆ ਗਏ ਆ, ਜਾਂ ਕੋਈ ਸਰਕੂਲਰ ਹੁੰਦਾ ਹੋਵੇ, ਜਾਂ ਕੋਈ ਇਸ ਤਰ੍ਹਾਂ ਦਾ ਕੋਈ ਆਰਡੀਨੈਂਸ ਲੈ ਕੇ ਤੇ ਸਰਕਾਰ ਆ ਸਕਦੀ ਹੈ? ਕਈ ਕੁਝ ਹੋ ਸਕਦਾ ਜੇ ਕਰਨਾ ਚਾਹਵੇ ਤਾਂ। ਨਹੀਂ ਹੋ ਸਕਦਾ, ਸ਼ਾਰਟ ਟਰਮ ਦੇ ਵਿੱਚ ਵੀ ਬਹੁਤ ਕੁਝ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ, ਕਰ ਲਈਆਂ ਜਾਂਦੀਆਂ ਬਕਾਇਦਾ। 3-3 ਮਹੀਨੇ ਦੇ ਵੀ ਬਜਟ ਬਣਦੇ ਰਹੇ ਏਦਾਂ ਸਰਕੂਲਰ ਜਾਰੀ ਕਰਕੇ, ਪਰ ਇਹ ਪੋਸੀਬਲ ਨਹੀਂ ਆ ਹੁਣ, ਕਿਉਂਕਿ ਉਹ ਚੋਣਾਂ ਦੇ ਵਿੱਚ ਉਲਝੇ ਹੋਏ ਆ ਤੇ ਉਹ ਸਿਰਫ ਐਲਾਨ ਕਰ ਰਹੇ ਆ। ਇਹ ਤਾਂ ਜਿਹੜੀ ਸਰਕਾਰ ਆਉਣੀ ਹੈ ਉਹਦੇ ਵਾਸਤੇ ਸੰਕਟ ਹੈ ਵੀ ਇਹ ਸਾਰਾ ਕੁਝ ਉਹ ਜਿਹੜੀ ਸਰਕਾਰ ਆਉਣੀ ਉਹਨੇ ਕਰਨਾ ਕਿੱਦਾਂ। ਜਿਹੜੀਆਂ ਅਨਾਉਂਸਮੈਂਟਸ ਜਿਹੜੀਆਂ ਕਰਤੀਆਂ, ਬਾਈ ਦ ਵੇ, ਜੇ ਤਾਂ ਕੋਈ ਹੋਰ ਸਰਕਾਰ ਆ ਗਈ ਕਾਂਗਰਸ ਸਰਕਾਰ ਦੀ ਥਾਂ ਦੇ ਉੱਤੇ, ਚੰਨੀ ਹੋਰਾਂ ਦੀ ਥਾਂ ਦੇ ਉੱਤੇ, ਉਹਨਾਂ ਕੋਲ ਤਾਂ ਸਿੱਧਾ ਜਿਹਾ ਬਹਾਨਾ ਵੀ ਉਹ ਤਾਂ ਜੀ ਚੋਣ ਜੁਮਲੇ ਸੀਗੇ ਚਰਨਜੀਤ ਸਿੰਘ ਚੰਨੀ ਦੇ, ਅਸੀਂ ਕੀ ਕਰੀਏ, ਸਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ। ਜੇ ਇਹ ਆ ਗਏ ਵਾਪਸ, ਇਹਨਾਂ ਲਈ ਦਿੱਕਤ ਹੋ ਜਾਣੀ ਆ ਵੀ ਜਿੰਨੇ ਐਲਾਨ ਤੁਸੀਂ ਕਰ ਰਹੇ ਹੋ ਲਗਾਤਾਰ, ਉਹਨਾਂ ਲਈ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਚਾਹੀਦਾ ਉਹ ਕਿੱਥੋਂ ਲਿਆਉਣਾ, ਰੈਵਨਿਊ ਕਿੱਥੋਂ ਲਿਆਉਣਾ। ਜਿਹੜੀ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਆ, ਜਿਹੜੀ ਗੱਲ ਕਹੀ ਵੀ ਕੇਜਰੀਵਾਲ ਕਹਿੰਦੇ 26 ਲੱਖ ਨੌਕਰੀਆਂ ਦੇਣੀਆਂ, ਠੀਕ ਹੈ 26 ਲੱਖ ਨੌਕਰੀਆਂ। ਕੇਜਰੀਵਾਲ ਕਹਿੰਦੇ 1-1 ਹਜ਼ਾਰ ਰੁਪਈਆ ਸਾਰੀ ਔਰਤਾਂ ਦਾ ਜਿਹੜਾ ਅਕਾਊਂਟ ਹੈ ਉਹਦੇ ਚ ਆਊਗਾ। 70 ਲੱਖ ਔਰਤਾਂ ਦੀ ਆਬਾਦੀ ਆ ਪੰਜਾਬ ਦੇ ਵਿੱਚ, ਉਹਦੇ ਲਈ ਕਿੰਨਾ ਪੈਸਾ ਚਾਹੀਦਾ ਹੋਏਗਾ। ਏਦਾਂ ਹੀ ਉਹਨਾਂ ਨੇ ਜਿਹੜਾ ਬਿਜਲੀ ਮੁਫਤ ਦੇਣ ਦੀ ਗੱਲ ਹੈ 300 ਯੂਨਿਟ ਜਾਂ ਹੋਰ, ਉਹ ਸਾਰੇ ਜਿਹੜੇ ਐਲਾਨ ਹੈ 3-4 ਵੱਡੇ, ਉਹਨਾਂ ਤੇ ਇੱਕ ਅੰਕੜਾ ਪੇਸ਼ ਕੀਤਾ ਨਵਜੋਤ ਸਿੰਘ ਸਿੱਧੂ ਨੇ ਵੀ ਇਹਦੇ ਲਈ 1,30,000 ਕਰੋੜ ਰੁਪਇਆ ਚਾਹੀਦਾ, ਜਿਹੜੇ ਕੇਜਰੀਵਾਲ ਸਾਹਿਬ ਅਨਾਉਂਸਮੈਂਟਸ ਕਰ ਰਹੇ ਆ। ਤੇ ਪੰਜਾਬ ਦਾ ਟੋਟਲ ਬਜਟ ਹੈ ਜਿਹੜਾ 72,000 ਕਰੋੜ ਦਾ। ਹੁਣ ਇਹੀ ਤੁਸੀਂ ਅਪਲਾਈ ਕਰ ਸਕਦੇ ਹੋ ਚਰਨਜੀਤ ਸਿੰਘ ਚੰਨੀ ਤੇ, ਵੀ ਜਿੰਨੇ ਉਹਨਾਂ ਨੇ ਮੁਫਤ ਐਲਾਨ ਕੀਤੇ ਆ, ਪੈਟਰੋਲ ਤੇ ਡੀਜ਼ਲ ਤੇ ਵੈਟ ਜਿਹੜਾ ਘਟਾ ਦਿੱਤਾ, 3 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਘਟਾ ਦਿੱਤੀ ਹੈ, ਬਾਕੀ ਕਹਿ ਲਓ ਵੀ ਮੁਫਤ ਦੇ ਜਿਹੜੇ ਕਲਚਰ ਦੇ ਵਿੱਚ ਉਹ ਸਰਕਾਰੀ ਬੱਸਾਂ ਜਿਹੜੀ ਉਹ 'ਚ ਮੁਫਤ ਔਰਤਾਂ ਲਈ ਸਫ਼ਰ ਹੈ, ਤੇ ਫਿਰ ਬਾਕੀ ਸਾਰੇ ਖਰਚੇ ਤੁਸੀਂ ਜਿਹੜੇ ਨਵੇਂ ਕੱਚੇ ਮੁਲਾਜ਼ਮ ਪੱਕੇ ਕੀਤੇ ਆ, ਉਹ ਤਾਂ 2 ਲੱਖ ਕਰੋੜ ਤੋਂ ਵੀ ਜ਼ਿਆਦਾ ਖਰਚਾ ਵੱਧ ਜਾਣਾ। ਤੇ ਜਿਹੜੇ ਏਦਾਂ ਦੇ ਐਲਾਨ ਹੈ ਯੂਨੀਵਰਸਿਟੀ ਜਾ ਕੇ ਕਰਤੇ ਜਾਂ ਹੋਰ ਹੱਥਾਂ ਤੱਕ ਕਰੀ ਜਾਂਦੇ ਆ, ਤੇ ਫਿਰ ਇਹਦੇ ਲਈ ਰੈਵਨਿਊ ਕਿੱਥੋਂ ਆਉਣਾ, ਸੋਰਸਿਸ ਕੀ ਹੈ, ਇਹ ਹੈ ਨਹੀਂ। ਇਹ ਰੋਡ ਮੈਪ ਕਿਸੇ ਕੋਲ ਨਹੀਂ ਹੈ। ਅਸੀਂ ਵਾਪਸ ਪੰਜਾਬੀ ਯੂਨੀਵਰਸਿਟੀ ਚਾਹੁੰਦੇ ਹਾਂ। ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਸੀ ਉਹ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚਲੋ ਉਹਨਾਂ ਨੇ ਜਿਹੜਾ ਐਲਾਨ ਕੀਤਾ, ਚਲੋ ਚੰਗੀ ਗੱਲ ਹੈ, ਕਰੇ ਸਰਕਾਰ ਦੇ ਜੇ ਐਲਾਨ ਕੀਤੇ ਆ ਤੇ ਉਹਨਾਂ ਨੂੰ ਫਿਰ ਕਰੇ ਵੀ। ਜੇ ਹੁਣ ਪੈਸੇ ਹੈਗੇ ਤਾਂ ਹੁਣ ਦੇਣ, ਕਿਸੇ ਨਾ ਤਰੀਕੇ ਦਾ ਸਰਕੂਲਰ ਜਾਰੀ ਕਰਕੇ ਘੱਟੋ ਘੱਟ ਕਰਜ਼ਾ ਮਾਫ ਜਿਹੜਾ ਕਰਨ ਦੀ ਗੱਲ ਹੈ ਵੀ ਕਰਜ਼ਾ ਪੰਜਾਬ ਸਰਕਾਰ ਦੇਗੀ, ਦੇ ਦੇਣ 150 ਕਰੋੜ ਰੁਪਈਆ। ਤੇ ਸ਼ਾਰਟ ਟਰਮ ਜਿਹੜਾ ਉਹਨਾਂ ਦਾ ਬਜਟ ਵੀ ਥੋੜਾ ਬਹੁਤ ਦੇ ਦੇਣ ਉਹਨਾਂ ਨੂੰ। ਜੇ 20 ਕਰੋੜ ਨਹੀਂ ਦੇ ਸਕਦੇ 10 ਕਰੋੜ ਹੀ ਜਾਰੀ ਕਰ ਦੇਣ, ਉਹ ਨਹੀਂ ਹੋਣਾ। ਪਰ ਜਿਹੜੀ ਇੱਕ ਉੱਥੇ ਘਟਨਾ ਵਾਪਰੀ ਉਹ ਮੈਂ ਜ਼ਰੂਰ ਦੱਸ ਦੇਣੀ ਚਾਹੁੰਦਾ
ਇੱਕ ਤਾਂ ਚਲੋ ਉੱਥੇ ਰੂਟੀਨ ਦੇ ਵਿੱਚ ਅਧਿਆਪਕਾਂ ਨੇ ਵਿਰੋਧ ਕੀਤਾ, ਉਹਨਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਹੱਥੋਂ ਪਤਾ ਪਾਈ ਹੋਈ ਪੁਲਿਸ ਦੀ। ਇੱਕ ਲੱਖਾ ਸਿਧਾਣਾ ਆਪਣੇ ਸਾਥੀਆਂ ਨਾਲ ਉੱਥੇ ਗੁਰੂ ਤੇਗ ਬਹਾਦਰ ਹਾਲ ਪਹੁੰਚ ਗਿਆ, ਉਹ ਵੀ ਘਿਰਾਓ ਕਰਨ ਆਏ ਸੀ, ਉਹਨਾਂ ਨੂੰ ਵੀ ਯੂਨੀਵਰਸਿਟੀ ਚੋਂ ਬਾਹਰ ਕੱਢਤਾ ਪੁਲਿਸ ਨੇ। ਪਰ ਇੱਕ ਹੋਰ ਵੱਡੀ ਘਟਨਾ ਉੱਤੇ ਵਾਪਰੀ ਹੈ। ਕਾਂਗਰਸ ਦਾ ਹੀ ਇੱਕ ਐਮਐਲਏ ਗੁਰੂ ਤੇਗ ਬਹਾਦਰ ਹਾਲ ਚ ਜਦੋਂ ਚਰਨਜੀਤ ਸਿੰਘ ਚੰਨੀ ਇਸ ਫੰਕਸ਼ਨ ਲਈ ਆਏ, ਨਾਲ ਸੀਗੇ ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ। ਕਾਂਗਰਸ ਦਾ ਇੱਕ ਐਮਐਲਏ ਜਲਾਲਪੁਰ ਜਿਹੜਾ ਆ, ਮਦਨ ਲਾਲ ਜਲਾਲਪੁਰ, ਉਹ ਬੈਠਾ ਨਹੀਂ ਸਟੇਜ ਤੇ, ਖੜਾ ਹੋ ਕੇ ਉਹਨੇ ਵਿਰੋਧ ਪ੍ਰਗਟ ਕੀਤਾ ਵੀ ਜਿਹੜਾ ਵੀਸੀ ਨੂੰ ਨਾਲ ਲੈ ਕੇ ਤੁਸੀਂ ਆਏ, ਇਸ ਯੂਨੀਵਰਸਿਟੀ ਦਾ ਵੀਸੀ, ਉਹਦਾ ਨਾਂ ਮੈਂ ਭੁੱਲ ਗਿਆ, ਕੁਛ ਹੋਰ ਇਤਨਾ ਦਾ ਨਾਂ ਆ, ਵੀ ਇਹ ਵੀਸੀ ਕੈਪਟਨ ਅਮਰਿੰਦਰ ਨੇ ਲਾਇਆ ਸੀ, ਆਰਐਸਐਸ ਦਾ ਬੰਦਾ ਆ, ਆਰਐਸਐਸ ਦਾ ਬੰਦਾ ਇੱਥੇ ਵੀਸੀ ਲਾਇਆ ਹੋਇਆ। ਮੈਂ ਇਸ ਵੀਸੀ ਦੇ ਨਾਲ ਮੰਚ ਤੇ ਨਹੀਂ ਬਹਿਣਾ। ਜੇ ਤੁਹਾਡੇ ਕੋਲ ਸਰਕਾਰ ਹੈ, ਵੀਸੀ ਕਿਉਂ ਆ? ਜਿਹੜਾ ਆਰਐਸਐਸ ਦਾ ਬੰਦਾ ਹੋਏਗਾ, ਕਾਂਗਰਸ ਦੀ ਸਰਕਾਰ ਹੈ ਇੱਥੇ ਜਾਂ ਬੀਜੇਪੀ ਦੀ ਸਰਕਾਰ ਹੈ? ਆਰਐਸਐਸ ਦਾ ਵੀਸੀ ਕਿੱਦਾਂ ਲੱਗ ਗਿਆ? ਇਹ ਮਤਲਬ ਕਾਂਗਰਸ ਦੇ ਅੰਦਰੋਂ, ਕਾਂਗਰਸ ਦੇ ਇੱਕ ਐਮਐਲਏ ਨੇ, ਜਿਹੜੇ ਨਵਜੋਤ ਸਿੰਘ ਸਿੱਧੂ ਦਾ ਵੀ ਦਿਖਾਈ ਦਿੱਤੇ ਸੀ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਵੇਲੇ, ਉਹਨਾਂ ਨੇ ਠੋਕ ਵਜਾ ਕੇ ਇਹ ਗੱਲ ਉੱਥੇ ਕਹੀ ਹੈ ਤੇ ਉੱਥੇ ਤਮਾਸ਼ਾ ਜਿਹਾ ਬਣਿਆ ਤੇ ਵੀਡੀਓ ਇਹ ਵਾਇਰਲ ਹੋਈ ਹੈ। ਸੋ ਇੱਕ ਨਵੀਂ ਦਿੱਕਤ ਚਰਨਜੀਤ ਸਿੰਘ ਚੰਨੀ ਸਾਹਮਣੇ ਵੀ ਖੜੀ ਹੋ ਗਈ ਕੱਲ ਯੂਨੀਵਰਸਿਟੀ ਪਟਿਆਲੇ। ਜੀ ਜੀ ਅੱਛਾ, ਦਸਾਂਝ ਸਾਹਿਬ, ਜਿਹੜੇ ਐਮਐਲਏ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਉਹਨਾਂ ਦੀਆਂ ਜਿਹੜੇ ਪਿਛਲੇ ਬਿਆਨ ਵੀ ਆ, ਜਿੱਦਾਂ ਕੈਪਟਨ ਸਾਹਿਬ ਦੀ ਲੀਡਰਸ਼ਿਪ ਹੈ ਤੇ ਮੈਂ ਚੋਣ ਨਹੀਂ ਲੜੂੰਗਾ, ਫਿਰ ਉਹ ਸਿੱਧੂ ਸਾਹਿਬ ਨਾਲ ਆਏ ਕੁਝ ਇੱਦਾਂ, ਮੈਨੂੰ ਲੱਗਦਾ ਕੁਝ ਇੱਕ ਡਰਾਮੇਬਾਜ਼ੀ ਵਾਲਾ ਜਿਹੜਾ ਕੰਮ ਕਰਕੇ ਵੀ ਆਪਣਾ ਨਾਂ ਜਿਹੜਾ ਉਹ ਸਿਆਸਤ 'ਚ ਰੱਖਣਾ ਚਾਹੁੰਦੇ ਹੁੰਦੇ ਕੁਝ ਲੋਕ, ਜਿਨ੍ਹਾਂ ਦੀ ਉੱਦਾਂ ਸੁਣਵਾਈ ਨਹੀਂ ਹੁੰਦੀ। ਮੈਨੂੰ ਉਹੋ ਜਿਹਾ ਹੀ ਹਾਲ ਉਹਨਾਂ ਦਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰਕੇ ਵੀ ਆਪਣਾ ਨਾਂ ਰੱਖਣਾ ਚਾਹੁੰਦੇ ਆ। ਹੁਣ ਵੀਸੀ ਨੂੰ ਫੌਰੀ ਤੌਰ 'ਤੇ ਚੰਨੀ ਸਾਹਿਬ ਲਾ ਕੇ ਤੇ ਫਿਰ ਗ੍ਰਾਂਟ ਦੇਣ, ਇਹ ਵੀ ਤਾਂ ਕੋਈ ਗੱਲ ਨਹੀਂ ਆ। ਜੇ ਮਤਲਬ ਨਿਯਮਨਾ ਕੋਈ ਬਣਾਇਆ ਹੋਇਆ ਬੰਦਾ ਆ ਤੇ ਉਹਨਾਂ ਨੂੰ ਇੰਨਾ ਸਮਾਂ ਵੀ ਨਹੀਂ ਆ ਤੇ ਇੰਨੀ ਉਹਨਾਂ ਕੋਲ ਤਾਕਤ ਵੀ ਨਹੀਂ ਆ ਕਿ ਸਾਰੀ ਰੱਦੋ ਬਦਲ ਕਰ ਦੇਣ। ਹਾਂ, ਜਦੋਂ ਇਲੈਕਸ਼ਨ ਜਿੱਤ ਕੇ ਅਗਰ ਉਹ ਦੁਬਾਰਾ ਆ ਜਾਂਦੇ ਆ, ਜੇ ਲੋਕ ਉਹਨਾਂ ਨੂੰ ਫਤਵਾ ਦਿੰਦੇ ਆ, ਫਿਰ ਉਹਨਾਂ ਨੂੰ ਇਹ ਸਵਾਲ ਕੀਤੇ ਜਾਣੇ ਚਾਹੀਦੇ ਮੇਰੇ ਖਿਆਲ 'ਚ। ਇਹ ਤੇ ਮੇਰੇ ਖਿਆਲ ਇੱਕ ਕਿਸਮ ਦੀ ਡਰਾਮੇਬਾਜ਼ੀ ਆ। ਬਿਲਕੁਲ, ਦੇਖੋ ਮੈਂ ਤਾਂ ਸਿਰਫ ਤੁਹਾਨੂੰ ਘਟਨਾ ਦੱਸੀ ਆ, ਮੈਂ ਕੋਈ ਇਹ ਜਿਹੜੀ ਜਲਾਲਪੁਰ ਦੇ ਕੋਈ ਗੱਲ ਕਹੀ ਉਹਦੀ ਦਾਲ ਨਹੀਂ ਮੈਂ ਸਹਿਮਤੀ ਪ੍ਰਗਟ ਕਰ ਰਿਹਾ। ਮੈਂ ਤਾਂ ਦੱਸਿਆ ਵੀ ਉਹ ਮਤਲਬ ਕਾਂਗਰਸ ਦੇ ਅੰਦਰ ਦਾ ਤਮਾਸ਼ਾ ਕਿਸ ਕਿਸਮ ਦਾ ਆ। ਇਹ ਜਲਾਲਪੁਰ ਜਿਹੜਾ ਆ, ਇਹਦੇ ਤੇ ਬਹੁਤ ਸਾਰੇ ਕਰਪਸ਼ਨ ਦੇ ਵੀ ਇਲਜ਼ਾਮ ਹੈ। ਪਰ ਉਹ ਜਿਹੜੀ ਨਵਜੋਤ ਸਿੰਘ ਸਿੱਧੂ ਦਾਅਵੇ ਕਰਦੇ ਰਹੇ ਆ, ਅਸੀਂ ਪੰਜਾਬ 'ਚ ਕਰਪਸ਼ਨ ਨਹੀਂ ਹੋਣ ਦੇਣੀ, ਫਲਾਨਾ ਨਹੀਂ ਹੋਣ ਦੇਣਾ, ਤੇ ਜਦੋਂ ਕੈਪਟਨ ਨੇ ਉੱਥੇ ਜਿਹੜਾ ਏਦਾਂ ਦਾ ਮਾਹੌਲ ਪੈਦਾ ਕਰਤਾ ਉਸ ਹਲਕੇ ਦੇ ਵਿੱਚ, ਤੇ ਇਹ ਹਲਕਾ ਸ਼ਾਇਦ ਇੱਧਰਲਾ ਆ, ਘਨੌਰ ਦਾ ਇਲਾਕਾ ਜਿਹੜਾ ਇੱਧਰਲਾ ਹੈਗਾ, ਮੈਂ ਨਾਂ ਭੁੱਲ ਗਿਆ ਉਹਦੇ ਹਲਕੇ ਦਾ, ਤੇ ਉੱਥੇ ਬਕਾਇਦਾ ਫਿਰ ਨਵਜੋਤ ਸਿੰਘ ਸਿੱਧੂ ਉਹਦੀ ਪਿੱਠ ਤੇ ਆ ਕੇ ਖੜੇ ਹੋ ਗਏ ਸੀ। ਤੇ ਉਦੋਂ ਵੀ ਇਹ ਸਵਾਲ ਉੱਠ ਰਹੇ ਸੀ ਵੀ ਉੱਦਾਂ ਤਾਂ ਸਾਫ਼ ਸੁਥਰਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਦੇ ਨੇ ਨਵਜੋਤ ਸਿੰਘ ਸਿੱਧੂ, ਪਰ ਕੈਪਟਨ ਦਾ ਵਿਰੋਧੀ ਜਿਹੜਾ ਬੰਦਾ ਆ ਉਹਦੇ ਨਾਲ ਜਾ ਕੇ ਖਲੋ ਵੀ ਜਾਂਦੇ ਨੇ ਉਹ। ਇਹ ਸਾਰਾ ਕੁਝ ਇੱਥੇ ਹੋ ਰਿਹਾ। ਸੋ ਇਹ ਤਮਾਸ਼ਾ ਜਿਹਾ ਕਾਂਗਰਸ ਪਾਰਟੀ ਦੇ ਅੰਦਰ ਮੁੱਕਣਾ ਤਾਂ ਹੈ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੇ ਤਮਾਸ਼ੇ ਹੋਰ ਸਾਡੇ ਸਾਹਮਣੇ ਆਉਣਗੇ। ਦਸਾਂਝ ਸਾਹਿਬ, ਇੱਕ ਉਹਨਾਂ ਦਿਨਾਂ 'ਚ ਖਬਰ ਹੋਰ ਬੜੀ ਹਾਈਲਾਈਟ ਹੋਈ ਸੀ, ਬਾਅਦ 'ਚ ਗੱਲ ਇਹ ਆ ਕਿ ਨਾ ਸਾਡੇ ਪੱਤਰਕਾਰ ਫਾਲੋ ਕਰਦੇ ਆ ਤੇ ਨਾ ਹੀ ਸਾਨੂੰ ਯਾਦ ਰੱਖਣ ਦੀ ਆਦਤ ਆ ਪੰਜਾਬ ਦੇ ਲੋਕਾਂ ਨੂੰ। ਆਪਾਂ ਬੜੀ ਛੇਤੀ ਭੁੱਲ ਜਾਂਦੇ। ਇੱਕ ਅੱਧਾ ਦਿਨ ਅਸੀਂ ਬੜਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਚਾੜ ਦਿੰਦੇ ਆ ਪਟਰਾ, ਤੇ ਮੁੜ ਕੇ ਗੱਲਬਾਤ ਜਿਹੜੀ ਆਈ ਗਈ ਹੋ ਜਾਂਦੀ ਆ। ਇਸੇ ਹੀ ਐਮਐਲਏ ਦਾ ਸ਼ਾਇਦ ਭਾਣਜਾ ਸੀ ਜਿਹੜਾ ਜੰਡਿਆਲੇ ਗੁਰੂ ਵਾਲਾ ਗੋਦਾਮ ਖਾਲੀ ਕਰ ਗਿਆ ਸੀ, ਇੰਸਪੈਕਟਰ, ਤੁਹਾਨੂੰ ਯਾਦ ਹੋਣਾ ਆ। ਬੜੀ ਵੱਡੀ ਇੱਕ ਕਰਪਸ਼ਨ ਦਾ ਕੇਸ ਸਾਹਮਣੇ ਆਇਆ ਸੀਗਾ ਤੇ ਉਹ ਬੰਦਾ ਦੁਬਈ ਬੈਠਾ ਹੋਇਆ ਸੀਗਾ, ਜਿਹੜਾ ਕਿਤੋਂ ਵਾਪਸ ਨਹੀਂ ਸੀ ਆ ਰਿਹਾ। ਉਹ ਖਬਰ ਆਈ ਗਈ ਹੋਗੀ, ਮੁੜ ਕੇ ਉਹਦੇ ਬਾਰੇ ਕਦੀ ਜ਼ਿਕਰ ਹੀ ਨਹੀਂ ਸੁਣਿਆ। ਪਤਾ ਨਹੀਂ ਇਹ ਕੀ ਹੁੰਦਾ ਕੀ ਆ। ਨਾ ਤੇ ਸਾਡਾ ਪੱਤਰਕਾਰ ਭਾਈਚਾਰਾ ਜਿਹੜਾ ਉਹ ਪਹਿਲਾਂ ਖੋਜ ਕਰਕੇ ਕੋਈ ਖਬਰ ਲੱਭਣ ਤੇ ਫਿਰ ਉਹਦੀ ਪੈਰਵੀ ਕਰਨ ਦਾ ਜਿਹੜਾ ਯਤਨ ਕਰਨ ਲਗਾਤਾਰ, ਉਹ ਕਰਦੇ ਨਹੀਂ। ਤੇ ਨਾ ਹੀ ਸਾਨੂੰ ਲੋਕਾਂ ਨੂੰ ਆਦਤ ਆ ਕਿ ਅਸੀਂ ਉਸ ਚੀਜ਼ ਨੂੰ ਦੁਬਾਰਾ ਯਾਦ ਕਰਾ ਕੇ ਤੇ ਵੇਖੀਏ ਵੀ ਹੈ ਕੀ। ਬੜੀ ਛੇਤੀ ਖਬਰ ਆਉਂਦੀ ਆ ਤੇ ਉਸੇ ਤੇਜ਼ੀ ਨਾਲ ਵਾਪਸ। ਨਹੀਂ, ਐ ਤਾਂ ਐਮਐਲਏ ਦੀ ਗੱਲ ਤੁਸੀਂ ਕੀ ਕਰਦੇ ਹੋ। ਐ ਤਾਂ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀਆਂ ਵੀ ਪਰਤਾਂ ਖੁੱਲ ਗਈਆਂ। ਉਹਨਾਂ ਦਾ ਭਰਾ ਉਹਨਾਂ ਦਾ ਭਰਾ ਮਨਮੋਹਨ ਸਿੰਘ ਆ ਉਹਦਾ ਨਾਂ, ਉਹ ਮਹਿਕਮਾ ਉਹਦਾ ਸ਼ਾਇਦ ਪਤਾ ਨਹੀਂ ਕਿਹੜਾ ਆ, ਤੇ ਉਹ ਜਿਹੜਾ ਸਿਟੀ ਸੈਂਟਰ ਘੁਟਾਲਾ ਹੋਇਆ ਸੀ, ਚੀਫ ਇੰਜੀਨੀਅਰ ਰਿਹਾ ਕਿਸੇ ਮਹਿਕਮੇ ਦੇ ਵਿੱਚੋਂ। ਹਾਂਜੀ, ਜਿਹੜਾ ਉਹ ਘੁਟਾਲਾ ਹੋਇਆ, ਉਸ ਘੁਟਾਲੇ ਦੇ ਵਿੱਚ ਕੈਪਟਨ ਅਮਰਿੰਦਰ ਦਾ ਨਾਮ ਬੋਲਿਆ ਸੀ ਤੇ ਉਹਦੇ 'ਚ ਉਹਦਾ ਨਾਮ ਵੀ ਬੋਲਦਾ ਸੀ। ਤੇ ਇਹ ਤਾਂ ਹੁਣ ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ, ਦੱਸਿਆ। ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਵਾਰੀ ਏਦਾਂ ਦੀ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਵੀ, ਚੰਨੀ ਹੋਰਾਂ ਨੂੰ ਮੁਖਾਤਬ ਹੋ ਕੇ, ਵੀ ਚੰਨੀ ਸਾਹਿਬ ਤੁਸੀਂ ਗੱਲਾਂ ਕਰਦੇ ਹੋ ਬਹੁਤ ਵੱਡੀਆਂ ਵੱਡੀਆਂ,
ਮੇਰੇ ਕੋਲ ਆਉਂਦੇ ਹੁੰਦੇ ਸੀ ਤੇ ਮੈਂ ਹੀ ਤੁਹਾਨੂੰ ਸੁਖਵੀਰ ਜੀ ਕੋਲ ਲੈ ਕੇ ਜਾਂਦਾ ਸੀ, ਆਪਣੇ ਭਰਾ ਨੂੰ ਬਚਾਉਣ ਮੇਰੇ ਕੋਲ ਆਉਂਦੇ ਹੁੰਦੇ ਸੀ ਤੁਸੀਂ। ਇਹ ਉਹਨਾਂ ਨੇ ਵਿਧਾਨ ਸਭਾ 'ਚ ਕਹੀ ਸੀ। ਉਹ ਕੈਪਟਨ ਨੇ ਤਾਂ ਸਾਰੀ ਗੱਲ ਹੀ ਖੋਲਤੀ। ਕੈਪਟਨ ਅਮਰਿੰਦਰ ਕਹਿੰਦੇ ਮੈਨੂੰ ਕਹਿੰਦੇ ਬਾਦਲਾਂ ਦਾ ਰਲਿਆ ਹੋਇਆ, ਮੈਂ ਤਾਂ ਬਾਦਲਾਂ ਦੇ ਨਾਲ ਲੜਿਆ 13 ਸਾਲ, ਤੇ ਚੰਨੀ ਸਾਹਿਬ ਆਪਣੇ ਭਰਾ ਨੂੰ ਬਚਾਉਣ ਵਾਸਤੇ, ਉਹਦਾ ਨਾਂ ਵੀ ਬੋਲਦਾ ਸੀ, ਉਹਨੂੰ ਲੈ ਜਾਂਦੇ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ। ਸੋ ਬਹੁਤ ਗੱਲਾਂ ਏਦਾਂ ਦੀਆਂ ਗਿੱਲ ਸਾਹਿਬ, ਇੱਥੇ ਕੋਈ ਇਸ ਹਮਾਮ 'ਚ ਸਾਰੇ ਨੰਗੇ ਆ ਬਿਲਕੁਲ ਬਿਲकुल। ਤੇ ਦੇਖਣ ਨੂੰ ਕਰਨ ਨੂੰ ਜੋ ਮਰਜ਼ੀ ਹੈ, ਚੰਗਾ ਕੋਈ ਬਣਦਾ ਵੀ ਹਾਂ ਵੀ ਅਸੀਂ ਬੜੇ ਲੋਕਾਂ ਦੇ ਮਿੱਤਰ ਆ। ਅਸਲ ਦੇ ਵਿੱਚ ਤਾਂ ਕਹਿ ਲਓ ਵੀ ਤਿੱਤਰ ਨੇ ਇਹ ਸਾਰੇ। ਜਿੱਦਾਂ ਸਮਾਂ ਹੁੰਦਾ ਆਪਣਾ ਦਾਦੂ ਲਾ ਕੇ ਮੁੜ ਕੇ ਤਿੱਤਰ ਹੋ ਜਾਂਦੇ, ਮਿੱਤਰ ਮੁੱਤਰੇ ਕਿਸੇ ਦੇ ਨਹੀਂ। ਅੱਛਾ ਜੀ, ਕੈਪਟਨ ਸਾਹਿਬ ਦਾ ਜੇ ਜ਼ਿਕਰ ਆਇਆ ਵੀ ਕੈਪਟਨ ਸਾਹਿਬ ਨੇ ਹੁਣ ਇਹ ਇਲਜ਼ਾਮ ਲਾਏ ਆ, ਤੇ ਕੈਪਟਨ ਸਾਹਿਬ ਨੇ ਅੱਜ ਬਿਆਨ ਆ ਗਿਆ ਕਿ ਮੈਂ ਯੂਪੀ ਤੇ ਉੱਤਰਾਖੰਡ 'ਚ ਜਿੱਥੇ ਜਿੱਥੇ ਸਿੱਖ ਵਸੋਂ ਆ, ਉੱਥੇ ਉੱਥੇ ਬੀਜੇਪੀ ਦਾ ਪ੍ਰਚਾਰ ਕਰਨ ਜਾਊਗਾ। ਜਿੱਦਾਂ ਸਿੱਖਾਂ ਦੇ ਉਹ ਧਾਰਮਿਕ ਆਗੂ ਹੋਣ ਕਿ ਸਿੱਖ ਉਡੀਕ ਰਹੇ ਨੇ ਸਾਰੇ ਹਿੰਦੁਸਤਾਨ ਦੇ ਕਿ ਕੈਪਟਨ ਸਾਹਿਬ ਆਉਣ ਤੇ ਅਸੀਂ ਉਹਨਾਂ ਦੇ ਆਖੇ ਵੋਟਾਂ ਪਾਈਏ। ਤੇ ਦੂਜੇ ਪਾਸੇ ਨਾਲ ਸ਼ਰਤ ਇਹ ਵੀ ਰੱਖਦੇ ਨੇ ਕਿ ਮੈਂ ਚਾਹਾਂਗਾ ਕਿ ਮੇਰੀ ਪਾਰਟੀ ਵੀ ਨਰਿੰਦਰ ਮੋਦੀ ਵੀ ਪੰਜਾਬ ਆ ਕੇ ਮੇਰਾ ਪ੍ਰਚਾਰ ਕਰਨ। ਸੋ ਮੈਨੂੰ ਨਹੀਂ ਸਮਝ ਲੱਗਦੀ ਕਿ ਕੈਪਟਨ ਸਾਹਿਬ ਕਿਹੜੇ ਭਰਮ ਜਾਲ 'ਚ ਨੇ ਅਜੇ ਤੱਕ, ਕਿ ਉਹ ਬੜੀ ਵੱਡੀ ਹਸਤੀ ਅਜੇ ਵੀ ਨੇ। ਪਤਾ ਨਹੀਂ ਕੱਲ ਨੂੰ ਕੋਈ ਚਮਤਕਾਰ ਹੋ ਜਾਏ ਤੇ ਗੱਲ ਵੱਖਰੀ ਆ, ਪਰ ਲੱਗਦਾ ਇਦਾਂ ਆ ਕਿ ਕੈਪਟਨ ਸਾਹਿਬ ਦਾ ਸਿਆਸੀ ਜੀਵਨ ਜਿਹੜਾ ਆ ਉਹ ਮੇਰੇ ਖਿਆਲ ਹੁਣ ਖਤਮ ਹੋ ਚੁੱਕਾ ਆ। ਉਹਨਾਂ ਨੂੰ ਐਵੇਂ ਹੱਥ ਪੈਰ ਮਾਰਨੇ ਨਹੀਂ ਚਾਹੀਦੇ ਬਹੁਤੇ, ਉਮਰ ਵੀ ਉਹਨਾਂ ਦੀ ਹੋ ਗਈ ਆ। ਆਪਣਾ ਆਰਾਮ ਕਰਨ, ਤੇ ਜਿਹੜੀ ਇਨਸਲਟ ਉਹਨਾਂ ਦੀ ਅੱਗੇ ਹੋਈ ਆ ਉਸ ਤੋਂ ਵੀ ਜ਼ਿਆਦਾ ਉਹਨਾਂ ਨੇ ਆਪਣਾ ਆਪ ਗਵਾ ਕੇ ਸਿਆਸਤ ਤੋਂ ਬਾਹਰ ਹੋਣਾ ਆ। ਅਜੇ ਵੀ ਉਹ ਮੇਰਾ ਖਿਆਲ ਹੈ ਬਿਹਤਰ ਰਹੇਗਾ। ਦੂਜੇ ਪਾਸੇ ਪ੍ਰਨੀਤ ਕੌਰ ਦੇ ਉੱਤੇ ਵੀ ਕਾਂਗਰਸ ਵਾਲਿਆਂ ਨੇ ਕਰ ਦਿੱਤਾ ਜੀ। ਦੱਸੋ ਤੁਸੀਂ, ਕੈਪਟਨ ਨਾਲ ਜੇ ਕਿ ਕਾਂਗਰਸ ਨਾਲ ਨੇ? ਨੋਟਿਸ ਇਸ਼ੂ ਹੋ ਗਿਆ ਉਹਨਾਂ ਨੂੰ। ਦੇਖੋ, ਉਹਨੇ ਤਾਂ ਪਿਛਲੇ ਸਮੇਂ 'ਚ ਪਹਿਲਾਂ ਤਾਂ ਚਲੋ ਮੁੱਖ ਮੰਤਰੀ ਚੰਨੀ ਸੀ, ਚੰਨੀ ਨੂੰ ਵੀ ਮਿਲਣ ਆਏ ਪ੍ਰਨੀਤ ਕੌਰ, ਤੇ ਉਦੋਂ ਏਦਾਂ ਦੀਆਂ ਗੱਲਾਂ ਚੱਲੀਆਂ ਵੀ ਸ਼ਾਇਦ ਪ੍ਰਨੀਤ ਕੌਰ ਥੋੜੀ ਵਿੱਥ ਬਣਾ ਕੇ ਰੱਖਣਗੇ ਪਰਿਵਾਰ ਦੇ ਵਿੱਚ, ਭਾਵੇਂ ਇਕੱਠੇ ਰਹਿਣ ਉਹ, ਪਰ ਕੈਪਟਨ ਅਮਰਿੰਦਰ ਦੀ ਪਾਰਟੀ ਤੋਂ ਵਿੱਥ ਬਣਾ ਕੇ ਰੱਖਣਗੇ। ਪਰ ਬਾਅਦ ਵਿੱਚ ਜਦੋਂ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਉਹਨਾਂ ਦਾ ਜੱਦੀ ਪੁਸ਼ਤੀ ਜਿਹੜਾ ਹਲਕਾ ਆ ਉਹ ਪਟਿਆਲਾ ਆ, ਉਹ ਨਵਜੋਤ ਸਿੰਘ ਸਿੱਧੂ ਕਰਕੇ ਪਟਿਆਲਾ ਛੱਡ ਕੇ ਨਹੀਂ ਕਿਤੇ ਜਾਂਦੇ, ਅਸੀਂ ਤਾਂ ਮੈਂ ਤਾਂ ਆਪਣੀ ਸੀਟ ਤੋਂ ਚੋਣ ਲੜਨੀ ਹੈ। ਤੇ ਉਦੋਂ ਇਦਾਂ ਦਾ ਬਿਆਨ ਆਇਆ ਪ੍ਰਨੀਤ ਕੌਰ ਦਾ, ਕਿ ਬਿਆਨ ਨਹੀਂ ਆਇਆ, ਜਿਹੜੀ ਇਹ ਖਬਰ ਨਿਕਲ ਕੇ ਆਈ ਵੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਦੇ ਨਾਲ ਹੀ ਰਹਿਣਗੇ, ਉਹਨਾਂ ਦਾ ਸਾਥ ਦੇਣਗੇ। ਉਸ ਤੋਂ ਬਾਅਦ ਸ਼ਾਇਦ ਫਿਰ ਇਹ ਨੋਟਿਸ ਜਿਹੜਾ ਆ ਉਹ ਕੱਢਣ ਦਾ ਵਿਚਾਰ ਮਨ 'ਚ ਆਇਆ ਹੋਏਗਾ ਹਾਈ ਕਮਾਂਡ ਦੇ, ਵੀ ਪੁੱਛਿਆ ਜਾਏ ਭਾਈ ਤੁਸੀਂ ਕਿੱਥੇ ਹੋ। ਦੇਖੋ, ਇਹ ਤਾਂ ਕਲੈਰਿਟੀ ਕਰਨੀ ਪਊਗੀ। ਜੇ ਤੁਸੀਂ ਮਤਲਬ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਹੋ ਤੇ ਉਹਦੇ ਬਾਵਜੂਦ ਤੁਸੀਂ ਇੱਕ ਜਿਹੜੀ ਇੱਕ ਡਿਸਪਲਿਨ ਹੈ ਉਹਦੀ ਉਲੰਘਣਾ ਕਰਕੇ ਕਾਂਗਰਸ ਪਾਰਟੀ ਦੇ ਖਿਲਾਫ ਭੁਗਤ ਰਿਹਾ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਪ੍ਰਚਾਰ ਕਰਨ ਪਹੁੰਚ ਜਾਂਦੇ ਹੋ, ਜੇ ਉਹਨਾਂ ਦਾ ਪ੍ਰਚਾਰ ਕਰਦੇ ਹੋ ਉਹਨਾਂ ਦੇ ਹਲਕੇ 'ਚ, ਇਹਦਾ ਮਤਲਬ ਹੈ ਪੰਜਾਬ ਲੋਕ ਕਾਂਗਰਸ ਦਾ ਤੁਸੀਂ ਪ੍ਰਚਾਰ ਕਰਦੇ ਹੋ, ਤਾਂ ਫਿਰ ਤਾਂ ਨੈਤਿਕ ਹੱਕ ਵੀ ਨਹੀਂ ਉਹਨਾਂ ਨੂੰ ਸੰਸਦ ਮੈਂਬਰ ਰਹਿਣ ਦਾ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਦੇਖਦੇ ਹਾਂ ਉਹ ਕੀ ਜਵਾਬ ਦਿੰਦੇ ਨੇ। ਬਾਕੀ ਕੈਪਟਨ ਅਮਰਿੰਦਰ ਦਾ ਜਿਹੜਾ ਫਿਊਚਰ ਹੈ ਪੋਲੀਟੀਕਲ, ਉਹ ਤਾਂ ਸਿਫਰ ਹੈ। ਉਹ ਇਸ ਮਾਰ ਤੇ ਬੈਠੇ ਆ। ਉਹਨਾਂ ਦਾ ਲਾਸਟ ਜਿਹੜੀ ਮਾਰ ਹੈ ਵੀ ਇੱਕ ਟਿਕਟਾਂ ਦੀ ਵੰਡ ਵੇਲੇ ਇਲੈਕਸ਼ਨ ਕੋਡ ਆਫ ਕੰਡਕਟ ਜਦੋਂ ਲੱਗ ਜਾਣਾ, ਟਿਕਟਾਂ ਦੀ ਵੰਡ ਹੋਣੀ ਹੈ ਤੇ ਵੱਡਾ ਪੁਆੜਾ ਪੈਣਾ, ਤੇ 20-25 ਜਿਹੜੇ ਕਾਂਗਰਸੀ ਐਮਐਲਏ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਤੇ ਉਹਦੇ ਤੇ ਨਿਗਾਹ ਉਹਨਾਂ ਦੀ ਵੀ ਉਹ ਆਉਣਗੇ ਤੇ ਉਹਨਾਂ ਦੇ ਵਿਹੜੇ ਦੀ ਰੌਣਕ ਸਿਸਮਾ ਫਾਰਮ ਦੀ ਥੋੜੀ ਵੱਧ ਜਾਊਗੀ, ਤੜਕੇ ਤੁੜਕੇ ਫਿਰ ਤੋਂ ਲੱਗਣੇ ਸ਼ੁਰੂ ਹੋ ਜਾਣਗੇ, ਤੇ ਫਿਰ ਸ਼ਾਇਦ ਉਹਦੇ ਨਾਲ ਉਹ ਬੀਜੇਪੀ ਨਾਲ ਕੋਈ ਬਿਹਤਰ ਸੌਦੇਬਾਜ਼ੀ ਕਰ ਸਕਣਗੇ ਵੀ ਹਾਂ ਦੇਖੋ ਮੇਰੇ ਕੋਲ ਵੱਡੇ ਨਾਂ ਹੈਗੇ ਆ ਤੇ ਫਿਰ ਆਪਾਂ ਰਲ ਕੇ ਚੋਣ ਲੜ ਲਈਏ। ਤੇ ਹੋਰ ਨਹੀਂ ਤਾਂ ਘੱਟੋ ਘੱਟ ਉਹਨਾਂ ਦੀ ਕੋਸ਼ਿਸ਼ ਹੈ ਵੀ ਪੰਜਾਬ ਦੇ ਵਿੱਚ ਇੰਨਾ ਕੁ ਨੁਕਸਾਨ ਕਾਂਗਰਸ ਦਾ ਕਰ ਦਿੱਤਾ ਜਾਏ ਵੀ ਕਾਂਗਰਸ ਰਿਪੀਟ ਨਾ ਹੋਵੇ, ਹੰਗ ਅਸੈਂਬਲੀ ਬਣ ਜਾਏ, ਤੇ ਹੰਗ ਅਸੈਂਬਲੀ ਬਣਨ ਦੇ ਨਾਂ ਦੇ ਉੱਤੇ ਫਿਰ ਉਹ ਖਰੀਦੋ ਫਰੋਖਤ ਦੀ ਜਿਹੜੀ ਟੋਟਲ ਪੋਲਿਟਿਕਸ ਹੈ ਉਹਦੇ 'ਚ ਬੀਜੇਪੀ ਨਾਲ ਰਲ ਕੇ ਪੰਜਾਬ ਦੇ ਵਿੱਚ ਨਾਲ ਹੀ ਬਾਦਲ ਵੀ ਰਲਣਗੇ। ਫਿਰ ਉਦੋਂ ਜੇ ਇਦਾਂ ਦੀ ਸਥਿਤੀ ਬਣਦੀ ਫਿਰ ਬਾਦਲ ਵੀ ਨਾਲ ਹੀ ਹੋਣਗੇ। ਫਿਰ ਇਦਾਂ ਦਾ ਕੋਈ ਜੁਗਾੜ ਜੁਗੜ ਕਰਨ ਦੀ ਕੋਸ਼ਿਸ਼ ਹੈਗੀ। ਕਿੰਨੇ ਕੁ ਸਫਲ ਹੁੰਦੇ, ਕਿੰਨੇ ਕੁ ਨਹੀਂ ਸਫਲ ਹੁੰਦੇ, ਇਹ ਹੁਣ ਜਦੋਂ ਟਿਕਟਾਂ ਦੀ ਵੰਡ ਤੋਂ ਬਾਅਦ ਜਿਹੜੇ ਪਟਾਕੇ ਪੈਣੇ ਆ ਵੱਖ-ਵੱਖ ਪਾਰਟੀਆਂ 'ਚ, ਤੇ ਉਸ ਤੋਂ ਬਾਅਦ ਕੌਣ ਕਿੱਧਰ ਜਾਂਦਾ, ਫਿਰ ਤਸਵੀਰ ਬਹੁਤੀ ਸਾਫ਼ ਹੋਣੀ ਹੈ। ਅੱਛਾ ਦਸਾਂਝ ਸਾਹਿਬ, ਪੰਜਾਬ ਦੀ ਸਿਆਸਤ ਦਾ ਇੱਕ ਹੋਰ ਬੜਾ ਡਰਾਮੇਬਾਜ਼ ਲੀਡਰ ਹੈ ਜੀ ਵੱਡਾ, ਉਹਦਾ ਨਾਂ ਹੈ ਬਲਵੰਤ ਸਿੰਘ ਰਾਮੂ ਵਾਲੀਆ।
ਉਹਨਾਂ ਨੇ ਲੰਬਾ ਸਮਾਂ ਇਦਾਂ ਦਾ ਆਪਣਾ ਇਮੇਜ ਬਣਾ ਕੇ ਰੱਖਿਆ ਕਿ ਉਹ ਲੋਕਾਂ ਦੇ ਵਰਗੇ ਨੇ, ਲੋਕਾਂ ਲਈ ਕੰਮ ਕਰਦੇ ਨੇ, ਜਿੱਦਾਂ ਚੰਨੀ ਸਾਹਿਬ ਹੁਣ ਆਪਣਾ ਇਮੇਜ ਬਿਲਡ ਕਰ ਰਹੇ ਨੇ। ਉਹਨਾਂ ਨੇ ਬੜਾ ਲੰਬਾ ਸਮਾਂ ਬਣਾ ਕੇ ਰੱਖਿਆ, ਮੈਂ ਦੋਧੀਆਂ ਦੀ ਲੜਾਈ ਲੜਦਾ, ਮੈਂ ਟੈਕਸੀ ਵਾਲਿਆਂ ਦੀ ਲੜਾਈ ਲੜਦਾ, ਮੈਂ NRI ਦੀ ਲੜਾਈ ਲੜਦਾ। ਉਹਨਾਂ ਨਾਲ ਬਹੁਤ ਮੁਲਾਕਾਤਾਂ, ਮੈਂ ਵੀ ਨਿੱਜੀ ਤੌਰ 'ਤੇ ਉਹਨਾਂ ਨੂੰ ਬਹੁਤ ਵਾਰ ਮਿਲਿਆ, ਜਾਣਦੇ ਹਾਂ ਆਪਾਂ ਚੰਗੀ ਤਰ੍ਹਾਂ ਪਰਿਵਾਰਾਂ ਨਾਲ ਉਹਨਾਂ ਨਾਲ। ਅਤੇ ਉਹ ਰਾਤੋਂ ਰਾਤ ਪਤਾ ਨਹੀਂ ਕੀ ਕਰ ਦਿੰਦੇ ਆ। ਪਹਿਲਾਂ ਉਹ ਇੱਥੇ ਬਾਦਲਾਂ ਨੂੰ ਪਤਾ ਨਹੀਂ ਲੱਗਣ ਤਾ ਤੇ ਜਾ ਕੇ ਸਹੁੰ ਚੁੱਕ ਲਈ ਯੂਪੀ 'ਚ ਉਹਨਾਂ ਨੇ। ਆ ਪਿੱਛੇ ਜੇ ਉਹਨਾਂ ਦੀ ਬੇਟੀ ਜਿਹੜੀ ਆ ਉਹ BJP ਜੁਆਇਨ ਕਰ ਗਈ ਸੀਗੀ, ਉਹਦੇ ਤੋਂ ਕਹਿ ਰਹੇ ਸੀ ਕਿ ਉਹ ਕਹਿੰਦੇ ਮੈਨੂੰ ਬੜਾ ਸਦਮਾ ਲੱਗਿਆ। ਅਤੇ ਹੁਣ ਉਹ ਫੇਰ ਸਿਆਸਤ ਜਿਹੜੀ ਆਪਣੀ ਪੁਰਾਣੀ ਲੋਕ ਭਲਾਈ ਪਾਰਟੀ ਵਾਲੀ ਸ਼ੁਰੂ ਕਰਨ ਦੇ ਚੱਕਰ 'ਚ ਪਏ ਹੋਏ ਆ। ਇਹ ਸਿਆਸਤਦਾਨਾਂ ਦਾ ਵੀ ਕੋਈ ਥੋੜ੍ਹਾ ਪਤਾ ਲੱਗਦਾ ਨਹੀਂ ਵੀ ਇਹ ਲੋਕ ਹੈ ਕੀ, ਕਰਨਾ ਕੀ ਚਾਹੁੰਦੇ ਆ, ਅਤੇ ਇਹ ਦਿਖਦੇ ਕਿਹੋ ਜਿਹੇ ਆ, ਅਤੇ ਇਹਨਾਂ ਦੇ ਅੰਦਰ ਕੀ ਆ। ਦੇਖੋ ਬਲਵੰਤ ਸਿੰਘ ਆਮੂਵਾਲੀਆ ਹੋਰਾਂ ਦਾ ਜਿਹੜਾ ਸਿਆਸੀ ਜੀਵਨ ਆ ਉਹ ਹੁਣ ਲਗਭਗ ਖਤਮ ਹੈ। ਹੁਣ ਜੋ ਮਰਜ਼ੀ ਕਰੀ ਜਾਣ। ਦਰਅਸਲ ਉਹਨਾਂ ਨੇ ਸਾਰੀ ਉਮਰ ਹੀ ਇਹ ਕੁਝ ਕੀਤਾ। ਉਹ ਕਿਸੇ ਨਾ ਕਿਸੇ ਆਸਰੇ ਤਰਦੇ ਰਹੇ। ਉਹਨਾਂ ਨੇ ਵਿਦਿਆਰਥੀ ਜੀਵਨ ਤੋਂ ਆਪਣੀ ਪੋਲਿਟਿਕਸ ਸ਼ੁਰੂ ਕੀਤੀ ਸੀ ਤੇ ਆਪਣੀਆਂ ਕਲਾਬਾਜ਼ੀਆਂ ਦੇ ਨਾਲ ਜਿਹੜੀ ਉਹਨਾਂ ਕੋਲ ਮਹਾਰਤ ਹੈ, ਲਫ਼ਜ਼ਾਂ ਦੀ ਮਹਾਰਤ ਰਹੀ ਹੈ ਉਹਨਾਂ ਦੇ ਕੋਲ, ਉਹਦੇ ਨਾਲ ਉਹ ਫਿਰ ਹੌਲੀ ਹੌਲੀ ਪੌੜੀਆਂ ਚੜ੍ਹਦੇ ਗਏ। ਤੇ ਉਹਨਾਂ ਦੀ ਚੜ੍ਹਾਈ ਦਾ ਜਿਹੜਾ ਸਿਖਰ ਸੀ, ਜਦੋਂ ਭਾਰਤ ਦੇ ਉਹ ਕੇਂਦਰੀ ਮੰਤਰੀ ਬਣੇ HD ਦੇਵਗੌੜਾ ਸਰਕਾਰ ਦੇ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਦੇ ਆਸ਼ੀਰਵਾਦ ਦੇ ਨਾਲ, ਉਦੋਂ ਤੋਂ ਉਹਨਾਂ ਦੇ ਰਿਲੇਸ਼ਨ ਜਿਹੜੇ ਆ ਬਹੁਤ ਜਿਹੜੇ ਕੇਂਦਰੀ ਜਿਹੜੇ ਸਿਆਸਤਦਾਨ ਉਹਨਾਂ ਨਾਲ ਰਹੇ, ਮੁਲਾਇਮ ਸਿੰਘ ਯਾਦਵ ਹੋਣਾ ਨਾਲ ਵੀ ਦੂਆ ਸੀਗਾ, ਉਹਦਾ ਲਾਭ ਉਹਨਾਂ ਨੇ ਲਿਆ। ਰਾਤੋਂ ਰਾਤ ਜਦੋਂ ਜੇਲ੍ਹ ਮੰਤਰੀ ਜਾ ਕੇ ਬਣ ਗਏ ਸੀ ਉਹ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ। ਪਰ ਹੁਣ ਉੱਥੇ ਸਰਕਾਰ ਨਹੀਂ ਆ ਸਮਾਜਵਾਦੀ ਪਾਰਟੀ ਦੀ, ਤੇ ਉਹਨਾਂ ਨੂੰ ਕੁਝ ਨਾ ਕੁਝ ਚਾਹੀਦਾ ਹੁੰਦਾ। ਤੇ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਇੱਕੋ ਲਾਈਨ 'ਚ ਦੱਸ ਦਿੰਦਾ। ਉਹਨਾਂ ਦਾ ਜਿਹੜਾ ਲੋਕ ਭਲਾਈ ਪਾਰਟੀ ਨੂੰ ਪੁਨਰ ਜੀਵਿਤ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਨੇ, ਜਦ ਕਿ ਉਹ ਮਰਜ ਕਰ ਚੁੱਕੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੇ ਫਿਰ ਸ਼੍ਰੋਮਣੀ ਅਕਾਲੀ ਦਲ 'ਚ ਵੀ ਰਹੇ, ਤੇ ਉਸ ਤੋਂ ਬਾਅਦ ਉਡਾਰੀ ਮਾਰ ਗਏ ਸੀ UP। ਹੁਣ ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਆਪਣੇ ਪਾਰਟੀ ਨੂੰ ਫੇਰ ਤੋਂ ਉਹਦਾ ਗਠਨ ਕਰਨ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਆ, ਪੱਲੇ ਕੱਖ ਨਹੀਂ ਹੈ। ਉਹਨਾਂ ਨੇ ਕਿਹਾ ਜੀ ਮੇਰੇ ਕੋਲ ਜੀ 40,000 ਮੈਂਬਰਸ਼ਿਪ ਸੀਗੀ, 10,000 ਦੌੜ ਗਏ, 30,000 ਹਾਲੇ ਵੀ ਹੈਗੇ ਆ, ਮੈਂ ਉਹਨਾਂ ਨੂੰ ਫੇਰ ਤੋਂ ਇਕੱਠੇ ਕਰਕੇ ਪਾਰਟੀ ਬਣਾ ਰਿਹਾ। ਉਹ ਅਸਲ ਦੇ ਵਿੱਚ ਸੌਦੇਬਾਜ਼ੀ ਕਰਨਾ ਚਾਹੁੰਦੇ ਆ ਕਿਸੇ ਨਾਲ ਸੌਦੇ ਕਿਹਨਾਂ ਕਰਨੀ ਮੈਨੂੰ ਨਹੀਂ ਪਤਾ। ਉਹਨਾਂ ਨੇ ਹਮੇਸ਼ਾ ਸੌਦੇਬਾਜ਼ੀ ਦੀ ਸਿਆਸਤ ਕੀਤੀ ਹੈ। ਉਹ ਸੌਦਾ ਕਰਨਾ ਚਾਹੁੰਦੇ ਆ, ਇੱਕ ਵਾਰ ਫਿਰ ਪਾਰਟੀ ਦਾ ਢਾਂਚਾ ਜਿਹਾ ਦਿਖਾ ਕੇ ਇਹਦੇ ਫਿਰ ਕਿਸੇ 'ਚ ਮਰਜ ਕਰਕੇ ਕੁਝ ਲਾਭ ਲੂਪ ਲੈ ਲੈਣਗੇ। ਹੋਰ ਕੁਝ ਨਹੀਂ ਹੈ, ਹੋਰ ਕੁਝ ਨਹੀਂ ਹੈ, ਨਾ ਹੀ ਉਹਨਾਂ ਦਾ ਕੋਈ ਇੱਥੇ ਪੰਜਾਬੀਆਂ ਨੂੰ ਤੇ ਆਪਣੇ ਆਪ ਨੂੰ ਵੇਚਣਾ ਹੀ ਲਾਤਾ। ਜਿਹੜਾ ਖਰੀਦਦਾਰ ਆਊ ਜੀ ਉਹਦੇ ਨਾਲ ਸਮਝੌਤਾ ਕਰ ਲੈਣਗੇ, ਇਹਦੇ ਨਾਲ ਸੋਚਣ ਵਾਲੀ ਕਿਹੜੀ ਗੱਲ ਹੈ। ਉਹਨਾਂ ਕਿਹੜੀ ਕਿ ਆਈਡੀਆਲੋਜੀ ਤੇ ਸਮਝੌਤਾ ਕਰਨਾ ਹੈ। ਜਦੋਂ ਬੰਦਾ ਵਿਕਾਊ ਹੀ ਹੋ ਜਾਏ ਤੇ ਕਿਸੇ ਨਾਲ ਵੀ ਸਮਝੌਤਾ ਹੋ ਸਕਦਾ। ਅੱਛਾ, ਜਾਖੜਾਂ ਦੀ ਵਾਪਸੀ ਹੋ ਰਹੀ ਹੈ, ਕਿਤੇ ਕਹਿ ਰਹੇ ਹਿੰਦੂ ਵੋਟ ਬੈਂਕ। ਕੱਲ ਆਪਾਂ ਗੱਲ ਕਰ ਰਹੇ ਸੀ, ਸਮਾਂ ਹੋ ਗਿਆ ਵੈਸੇ ਆਪਣਾ, ਉਹਦੇ ਬਾਰੇ ਕੋਈ ਇੱਕ ਅੱਧੀ ਲਾਈਨ 'ਚ ਕਹਿਣਾ ਹੋਵੇ। ਉਹਦੇ ਬਾਰੇ ਇੰਨੀ ਕੁ ਖਬਰ ਹੀ ਹੈ ਕਿ ਥੋੜੀ ਜਿਹੀ ਚਿੰਤਾ ਹੈ ਕਾਂਗਰਸ ਹਾਈ ਕਮਾਨ ਨੂੰ ਵੀ ਇਸ ਗੱਲ ਦੀ, ਵੀ ਲਗਭਗ ਜਿਹੜੇ ਵੀ ਹਿੰਦੂ ਚਿਹਰੇ ਆ ਉਹ ਕਾਂਗਰਸ ਪਾਰਟੀ ਜਿਹੜੀ ਆ ਉਹ ਗਵਾ ਰਹੀ ਆ। ਮਨੀਸ਼ ਤਿਵਾੜੀ ਜਿਹੜੇ ਆ ਉਹ ਵੀ, ਉਹਨਾਂ ਨੇ ਜਿਹੜੀ ਨਵੀਂ ਕਿਤਾਬ ਲਿਖੀ ਆ ਉਹਦੇ 'ਚ ਵੀ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ। ਤੇ ਉਹ ਵੀ ਲਗਾਤਾਰ ਕੈਪਟਨ ਅਮਰਿੰਦਰ ਦੇ ਹੱਕ 'ਚ ਵੀ ਬੋਲਦੇ ਰਹੇ। G23 ਦੇ ਵੀ ਵੱਡੇ ਆਗੂ ਰਹੇ ਨੇ ਉਹ। ਸੋ ਕਾਫੀ ਦੂਰੀ 2014 ਤੋਂ ਬਾਅਦ, ਖਾਸ ਤੌਰ ਤੇ ਲੁਧਿਆਣੇ ਦੀ ਚੋਣ ਲੜਨ ਤੋਂ ਜਦੋਂ ਉਹਨਾਂ ਨੇ ਇਨਕਾਰ ਕੀਤਾ ਸੀ, ਉਸ ਤੋਂ ਬਾਅਦ ਹਾਈਕਮਾਨ ਨਾਲ ਉਹਨਾਂ ਦੀ ਦੂਰੀ ਹੈ। ਨਹੀਂ ਤਾਂ ਕਿਸੇ ਵੇਲੇ ਮਨੀਸ਼ ਤਿਵਾੜੀ ਜਿਹੜੇ ਆ ਸਪੋਕਸ ਪਰਸਨ ਹੁੰਦੇ ਸੀ। ਜਿਸ ਜਗ੍ਹਾ ਤੇ ਅੱਜ ਰਣਦੀਪ ਸੂਰਜੇਵਾਲਾ, ਉਸ ਜਗ੍ਹਾ ਮਨੀਸ਼ ਤਿਵਾੜੀ ਕੋ ਹੁੰਦੀ ਸੀ। ਉਹ ਵੀ ਪਾਸੇ ਨੇ, ਪੰਜਾਬ ਦੇ ਵੱਡੇ ਲੀਡਰ ਨੇ, ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ। ਸੁਨੀਲ ਜਾਖੜ ਬਹੁਤ ਬੁਰੀ ਤਰ੍ਹਾਂ ਨਾਰਾਜ਼ ਨੇ। ਉਹਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਮਤਲਬ ਲਾਉਣਾ ਕੈਪਟਨ ਅਮਰਿੰਦਰ ਨੂੰ ਸੀ, ਲਾ ਦਿੱਤਾ ਜਾਖੜ ਨੂੰ, ਤੇ ਉਸ ਤੋਂ ਬਾਅਦ ਵੀ ਉਹਨਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਗਿਆ। ਹੁਣ ਵੀ ਨਵਜੋਤ ਸਿੰਘ ਸਿੱਧੂ ਤੇ ਜਗਜੀਤ ਸਿੰਘ ਚੰਨੀ ਦੋਵੇਂ ਆਪੋ ਵਿੱਚ ਹੀ ਭਾਵੇਂ ਲੜਦੇ ਦਿਖਾਈ ਦੇਣ, ਪਰ ਦੋਨਾਂ ਵੱਲੋਂ ਕਿਸੇ ਵੀ ਕਿਸਮ ਦੀ ਤਵੱਜੋ ਜਿਹੜੀ ਆ ਸੁਨੀਲ ਜਾਖੜ ਨੂੰ ਨਹੀਂ ਦਿੱਤੀ ਜਾ ਰਹੀ। ਤੇ ਉਹ ਹਾਈਕਮਾਨ ਨੂੰ ਇਹ ਚਿੰਤਾ ਹੈ ਕਿ ਹਿੰਦੂ ਵੋਟ ਬੈਂਕ ਜਿਹੜਾ ਖਿਸਕ ਨਾ ਜਾਵੇ। ਸੋ ਖਬਰਾਂ ਇਹ ਆ ਰਹੀਆਂ ਕਿ ਸ਼ਾਇਦ ਉਹਨਾਂ ਨੂੰ ਇਲੈਕਸ਼ਨ ਜਿਹੜੀ ਕੰਪੇਨ ਹੈ ਉਹਦਾ ਚੇਅਰਮੈਨ ਲਾਇਆ ਜਾ ਸਕਦਾ। ਦੇਖਦੇ ਹਾਂ ਕੀ ਹੁੰਦੀ ਕੀ ਨਹੀਂ। ਕੱਲ ਇੱਥੇ ਡਿਟੇਲ 'ਚ ਗੱਲ ਕਰਾਂਗੇ। ਸਮਾਂ ਹੁਣ ਆਪਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਸਾਂਝ ਸਾਹਿਬ, ਬਹੁਤ ਸ਼ੁਕਰੀਆ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ ਜੀ, ਹੋਰ ਖਬਰਾਂ ਦੇ ਉੱਤੇ ਕਰਾਂਗੇ ਚਰਚਾ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ।